ਸਰ ਸੁਮੇਧ ਸੈਣੀ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਨੇ ਔਰ ਡੰਡੇ ਦੇ ਨਾਲ ਕਾਨੂੰਨ ਦਾ ਪਾਠ ਪੜ੍ਹਾਉਂਦੇ ਰਹੇ ਨੇ ਲੋਕਾਂ ਨੂੰ। ਨਾਜਾਇਜ਼ ਔਰ ਜਾਇਜ਼ ਦੋਵਾਂ ਤਰੀਕਿਆਂ ਦੇ ਨਾਲ ਸਮਝਾਉਂਦੇ ਰਹੇ ਨੇ ਔਰ ਜਿਹੜਾ ਟੌਰਚਰ ਬੇਹੱਦ ਕੀਤਾ ਜਾਂਦਾ ਰਿਹਾ ਉਹ ਵੀ ਬਹੁਤ ਚਰਚਾ ਦਾ ਵਿਸ਼ਾ ਰਿਹਾ, ਵਿਵਾਦਾਂ ਦਾ ਵਿਸ਼ਾ ਰਿਹਾ ਸੁਮੇਧ ਸੈਣੀ। ਔਰ ਲਗਾਤਾਰ ਸੁਮੇਧ ਸੈਣੀ ਦੇ ਉੱਤੇ ਇੱਕ ਤੋਂ ਬਾਅਦ ਇੱਕ ਜਿਹੜੇ ਕੇਸ ਨੇ ਪਰਚੇ ਖੁੱਲ੍ਹਦੇ ਰਹੇ ਨੇ ਪਰ ਹਰ ਵਾਰ ਬਚਦੇ ਰਹੇ ਨੇ। ਕੀ ਕਾਰਨ ਬਚਣ ਦੇ ਮੰਨੇ ਜਾ ਰਹੇ ਨੇ ਆਪਾਂ ਸਮੇਂ-ਸਮੇਂ ਤੇ ਡਿਸਕਸ ਵੀ ਕਰਦੇ ਰਹੇ ਹਾਂ, ਪਰ ਅੱਜ ਸੁਮੇਧ ਸੈਣੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਔਰ ਅਦਾਲਤ ਦੇ ਵਿੱਚ ਮੁਲਜ਼ਮਾਂ ਦੇ ਵਾਂਗ ਪੇਸ਼ ਕੀਤਾ ਗਿਆ। ਕਮਲ ਜੀ ਦੇਖੋ, ਕਿਹਾ ਜਾਂਦਾ ਵੀ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਤੇ ਦੂਜੀ ਗੱਲ ਇੱਕ ਹੋਰ ਕਹਾਵਤ ਆ ਕਿ ਗਿੱਦੜ ਦੀ ਜਦੋਂ ਮੌਤ ਆਉਂਦੀ ਆ ਉਹ ਸ਼ਹਿਰ ਵੱਲ ਨੂੰ ਭੱਜਦਾ ਹੈ ਜਾਂ ਆ ਬੈਲ ਮੁਝੇ ਮਾਰ। ਬਹੁਤ ਤਰ੍ਹਾਂ ਦੀਆਂ ਕਹਾਵਤਾਂ ਹੈ ਜਿਹੜੀਆਂ ਸੋਸ਼ਲ ਮੀਡੀਆ ਤੇ ਉਹ ਤਰ੍ਹਾਂ ਦੀਆਂ ਆ ਰਹੀਆਂ, ਕਮੈਂਟ ਕੀਤੇ ਜਾ ਰਹੇ ਨੇ ਉਸ ਸੁਮੇਧ ਸੈਣੀ ਬਾਰੇ। ਨੋ ਡਾਊਟ ਸੁਮੇਧ ਸੈਣੀ ਹੈ ਜਿਹੜਾ ਇੱਕ ਬਹੁਤ ਹੀ ਚਰਚਿਤ ਤੇ ਵਿਵਾਦਿਤ ਨਾਮ ਰਿਹਾ। ਜਦੋਂ ਤੋਂ ਇਹ ਸਰਵਿਸ ਵਿੱਚ ਆਏ ਨੇ, ਖਾਸ ਕਰਕੇ ਐਸਐਸਪੀ ਲੱਗੇ ਨੇ, ਚਾਹੇ ਚੰਡੀਗੜ੍ਹ ਲੱਗੇ ਹੋਣ ਚਾਹੇ ਜਲੰਧਰ ਹੋਵੇ, ਹੋਰ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਰਹੇ ਨੇ, ਇਹਨਾਂ ਦਾ ਨਾਮ ਕਿਤੇ ਨਾ ਕਿਤੇ ਵਿਵਾਦ ਨਾਲ ਜੁੜਦਾ ਰਿਹਾ। ਰੱਬ ਦੇ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ ਹੈ। ਤੇ ਦੂਜੀ ਗੱਲ ਕਾਨੂੰਨ ਆ ਜਿਹੜਾ ਉਹਦੇ ਹੱਥ ਬਹੁਤ ਲੰਬੇ ਹੁੰਦੇ ਨੇ। ਜੇਕਰ ਸਰਕਾਰਾਂ ਚਾਹੁਣ, ਅਫਸਰਸ਼ਾਹੀ ਚਾਹੇ, ਸਿਸਟਮ ਨੂੰ ਚਾਹੇ ਵੀ ਉਹਨੂੰ ਸਿਸਟਮ ਨੂੰ ਠੀਕ ਕਰਨਾ ਹੈ ਤਾਂ ਸਾਰਾ ਕੁਝ ਠੀਕ ਹੋ ਜਾਂਦਾ। ਜਿਵੇਂ ਕਿ ਅੱਜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਇਹਨਾਂ ਦੀ ਗ੍ਰਿਫਤਾਰੀ ਇਕੱਲੀ ਸੁਮੇਧ ਸਿੰਘ ਸੈਣੀ ਵਾਸਤੇ ਹੀ ਸਬਕ ਨਹੀਂ ਸਿਖਾਉਣ ਵਾਲੀ, ਖਾਸ ਕਰਕੇ ਜਿਹੜੇ ਹੋਰ ਪੁਲਿਸ ਅਧਿਕਾਰੀ ਨੇ ਜਾਂ ਸਿਵਲ ਦੇ ਅਧਿਕਾਰੀ ਨੇ, ਹੋਰ ਲੋਕ ਨੇ, ਉਹਨਾਂ ਵਾਸਤੇ ਵੀ ਇੱਕ ਬਹੁਤ ਵੱਡਾ ਚੈਲੰਜ ਆ ਜਾਂ ਇਹ ਇੱਕ ਚੁਣੌਤੀ ਹੋਵੇਗੀ ਜਾਂ ਇਹ ਆਪਾਂ ਕਹਿ ਸਕਦੇ ਆ ਕਿ ਇਹ ਤੋਂ ਸਬਕ ਸਿੱਖਣ ਦੀ ਜ਼ਰੂਰਤ ਆ ਉਹਨਾਂ ਅਫਸਰਾਂ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਕਿਵੇਂ ਨਾ ਕਿਵੇਂ ਠੱਗੀਆਂ ਮਾਰ ਕੇ ਲੋਕਾਂ ਦੇ ਨਾਲ ਲੋਕਾਂ ਦੀਆਂ ਪ੍ਰਾਪਰਟੀਆਂ ਦੱਬ ਰਹੇ ਨੇ, ਭ੍ਰਿਸ਼ਟਾਚਾਰ ਕਰਕੇ ਆਪਣੇ ਘਰ ਭਰ ਰਹੇ ਨੇ। ਇਹ ਤੋਂ ਵੱਡੀ ਜਲਾਲਤ ਕੀ ਹੋ ਸਕਦੀ ਹੈ ਕਿ ਇੱਕ ਟੌਪ ਦਾ ਅਧਿਕਾਰੀ ਹੋਵੇ, ਉਹਦੇ ਘਰ ਇੱਕ ਕਾਂਸਟੇਬਲ ਤੋਂ ਲੈ ਕੇ ਐਸਪੀ ਤੱਕ ਜਾਂ ਡੀਆਈਜੀ ਤੱਕ ਉਹਦੇ ਘਰ ਰੇਡ ਮਾਰਦਾ ਹੋਵੇ, ਉਹਨਾਂ ਪੁਲਿਸ ਅਧਿਕਾਰੀ ਆ ਜਿਹੜਾ ਇਹ ਭੱਜਿਆ ਫਿਰਦਾ ਹੋਵੇ। ਇਹ ਤੇ ਵੱਡੀ ਜਲਾਲਤ ਕੀ ਹੋ ਸਕਦੀ ਆ। ਇਸ ਕਰਕੇ ਜਿਹੜੇ ਬਾਕੀ ਦੇ ਅਧਿਕਾਰੀ ਨੇ, ਜਿਹੜੀ ਮਰਜ਼ੀ ਪੋਸਟ ਪਰ ਲੱਗਿਆ ਹੋਇਆ, ਉਹਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ, ਚਾਹੇ ਉਹ ਸਾਡੇ ਪੋਲੀਟੀਸ਼ੀਅਨ ਨੇ ਚਾਹੇ ਅਫੀਸਰ ਨੇ, ਕਿ ਕਾਨੂੰਨ ਆ ਜਿਹੜਾ ਸਭ ਵਾਸਤੇ ਇੱਕ ਬਰਾਬਰ ਹੁੰਦਾ। ਜਦੋਂ ਕਾਨੂੰਨ ਆਪਣਾ ਹੱਥ ਦਿਖਾਉਂਦਾ ਜਾਂ ਕਾਨੂੰਨ ਕੰਮ ਕਰਨਾ ਸ਼ੁਰੂ ਕਰ ਦਿੰਦਾ ਤਾਂ ਉਹਦੀਆਂ ਨਜ਼ਰਾਂ ਵਿੱਚ ਇੱਕ ਜਿਹੜਾ ਮਜ਼ਦੂਰ ਤੋਂ ਲੈ ਕੇ ਟੌਪ ਦੀ ਕੁਰਸੀ ਪਰ ਜੋ ਬੈਠਾ ਵਿਅਕਤੀ ਆ ਉਹ ਵੀ ਇੱਕ ਬਰਾਬਰ ਹੁੰਦਾ। ਕਾਨੂੰਨ ਨੇ ਆਪਣਾ ਕੰਮ ਕਰਨਾ ਹੈ। ਬੀਬੀ ਨਿਰਪ੍ਰੀਤ ਕੌਰ 1984 ਪੀੜਤ ਨੇ, ਉਹਨਾਂ ਦੇ ਨਾਲ ਵੀ ਇੰਟਰੋਗੇਸ਼ਨ ਸੁਮੇਧ ਸੈਣੀ ਦੇ ਵੱਲੋਂ ਕੀਤੀ ਗਈ ਹੈ। ਰੋਪੜ ਦੇ ਵਿੱਚ ਉਹਨਾਂ ਦਾ ਨਾਮ ਮੇਰੇ ਦਿਮਾਗ ਤੋਂ ਸਕਿਪ ਹੋ ਗਿਆ। ਇੱਕ ਵਿਅਕਤੀ ਨੇ, ਉਹ ਵੀ ਗਵਾਹ ਨੇ, ਬਲਵੰਤ ਸਿੰਘ ਮੁਲਤਾਨੀ ਦੇ ਨਾਲ ਜਿਸ ਤਰੀਕੇ ਦਾ ਰਵੱਈਆ ਜਿਹੜਾ ਹੈ ਕੀਤਾ ਗਿਆ ਹੈ ਬਾਰ-ਬਾਰ। ਖਾਸ ਤੌਰ ਤੇ ਸਭ ਤੋਂ ਵੱਡਾ ਮਾਮਲਾ ਬਰਗਾੜੀ ਗੋਲੀकांड ਮਾਮਲਾ, ਜਿਸ ਦੇ ਵਿੱਚ ਸੁਮੇਧ ਸੈਣੀ ਉਸ ਵੇਲੇ ਪੰਜਾਬ ਦੇ ਡੀਜੀਪੀ ਸੀ ਜਦੋਂ ਗੋਲੀकांड ਵਾਪਰਿਆ। ਇੰਨੇ ਸਾਰੇ ਮਾਮਲੇ ਇੱਕ ਵਿਅਕਤੀ ਦੇ ਉੱਤੇ ਹੋਣ ਔਰ ਫਿਰ ਵੀ ਉਹਨੂੰ ਕਿਤੋਂ ਨਾ ਕਿਤੋਂ ਜਿਹੜੀ ਰਾਹਤ ਆ ਉਹ ਮਿਲਦੀ ਰਹੀ ਹੋਵੇ ਸਮੇਂ-ਸਮੇਂ ਤੇ। ਜੇ ਕੋਈ ਸੁਮੇਧ ਸੈਣੀ ਦੀ ਜਗ੍ਹਾ ਕੋਈ ਹੋਰ ਵਿਅਕਤੀ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਕਦੋਂ ਦਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦਾ, ਬਹੁਤ ਬੁਰੀ ਤਰ੍ਹਾਂ ਇੰਟਰੋਗੇਸ਼ਨ ਵੀ ਹੋ ਰਹੀ ਹੁੰਦੀ। ਸੁਮੇਧ ਸੈਣੀ ਨੂੰ ਇੰਨੀ ਰਾਹਤ ਮਿਲਣ ਦੇ ਕੀ ਕਾਰਨ? ਦੇਖੋ, ਦੋ ਤਿੰਨ ਗੱਲਾਂ ਹੁੰਦੀਆਂ। ਇੱਕ ਤਾਂ ਇਹ ਖੁਦ ਟੌਪ ਦਾ ਪੁਲਿਸ ਅਧਿਕਾਰੀ ਰਿਹਾ, ਕਈ ਬਰੀਕੀਆਂ ਨੂੰ ਜਾਣਦੇ ਨੇ। ਫਿਰ ਜਦੋਂ ਤੁਸੀਂ ਕੇਸ ਲੜਦੇ ਨੇ ਜਾਂ ਅੱਗੇ ਤੱਕ ਪਹੁੰਚਦੇ ਨੇ, ਤੁਹਾਨੂੰ ਕਈ ਸਾਰੀਆਂ ਬਰੀਕੀਆਂ ਦਾ ਪਤਾ ਹੁੰਦਾ। ਕਈ ਵਾਰੀ ਅੱਜ ਆਪਾਂ ਇਹ ਦੇਖੋ ਵੀ ਸਾਡਾ ਜਿਹੜਾ ਸਿਸਟਮ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਤੌਰ 'ਤੇ ਜਿਹੜੀ ਦਖਲ ਅੰਦਾਜ਼ੀ ਆ ਉਹ ਬਹੁਤ ਵੱਡੇ ਪੱਧਰ 'ਤੇ ਬਣੀ ਹੋਈ ਆ। ਤੁਸੀਂ ਕਿਹਾ ਕਿ ਜੇ ਕੋਈ ਆਮ ਵਿਅਕਤੀ ਹੁੰਦਾ ਤਾਂ ਉਹ ਕਦੋਂ ਦਾ ਕਦੋਂ ਉਹਨੂੰ ਸਜ਼ਾ ਹੋ ਜਾਂਦੀ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਦੋਂ ਥੱਲੜੀ ਕੋਰਟ ਵਿੱਚ, ਲੋਅਰ ਕੋਰਟ ਦੇ ਵਿੱਚ ਕੋਈ ਕੇਸ ਚੱਲਦਾ, ਆਪਣੇ ਪੱਧਰ 'ਤੇ ਕੋਈ ਜੱਜ ਫੈਸਲਾ ਦਿੰਦਾ ਹੈ ਜਾਂ ਕੋਈ ਗੱਲ ਆਉਂਦੀ ਆ ਤਾਂ ਉਹਨੂੰ ਜਿਹੜਾ ਲੋਕਲ ਵਕੀਲ ਆ ਉਹ ਚੁਣੌਤੀ ਨਹੀਂ ਦੇ ਸਕਦਾ, ਕਿਉਂਕਿ ਜਿਹੜੇ ਵਕੀਲ ਆ ਜਾਂ ਉੱਥੇ ਜਿਹੜੇ ਉੱਥੇ ਦੇ ਪਟੀਸ਼ਨਰ ਹੁੰਦੇ ਨੇ, ਕੇਸ ਲੜਨ ਵਾਲੇ, ਉਹਨਾਂ ਨੂੰ ਇੰਨੀ ਖੁਦ ਨੂੰ ਸੂਝ-ਬੂਝ ਨਹੀਂ ਹੁੰਦੀ, ਨਾ ਉਹ ਇੰਨਾ ਪੈਸੇ ਖਰਚਦੇ ਆ। ਕਿਉਂਕਿ ਅੱਜ ਇਹ ਗੱਲ ਕਿਹਾ ਹੋਇਆ ਵੀ ਜਿਹੜਾ ਨਿਆਂ ਲੈਣਾ ਬਹੁਤ ਮਹਿੰਗਾ ਹੋ ਗਿਆ।
24 ਘੰਟੇ ਦੇ ਵਿੱਚ ਜਦੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ, ਕੋਈ ਵੀ ਮੁਜਰਮ ਆ ਉਹਨੂੰ 24 ਘੰਟੇ ਦੇ ਵਿੱਚ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਂਦਾ ਤੇ ਬਕਾਇਦਾ ਉਹਦਾ ਮੈਡੀਕਲ ਵੀ ਕਰਵਾਇਆ ਜਾਣਾ ਹੁੰਦਾ। ਇਸ ਕਰਕੇ ਇਹ ਆਮ ਲੋਕਾਂ ਨੂੰ ਕਾਨੂੰਨ ਦੀ ਇੰਨੀ ਸਮਝ ਨਹੀਂ ਹੈਗੀ ਤੇ ਇੱਕ ਕਾਨੂੰਨ ਮਹਿੰਗਾ, ਤਾਂ ਕਰਕੇ ਉਹ ਆਮ ਲੋਕ ਛੇਤੀ ਫਸ ਜਾਂਦੇ। ਜਿਹੜੇ ਵੱਡੇ ਲੋਕ ਨੇ ਇਹਨਾਂ ਦੀ ਜਿਹੜੀ ਪੈਰਵੀ ਹੈ ਕੇਸਾਂ ਦੀ ਬਹੁਤ ਲੰਬੀ ਚੱਲਦੀ ਹੈ। ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਿਹਾ ਕਹਿੰਦੇ ਹੁੰਦਾ ਵੀ ਰੱਬ ਦਾ ਬੰਦਾ ਆਏ ਜਾਂਦਾ ਜਿਹੜਾ ਨਿਆਂ ਕਦੇ ਨੇ ਦੇਣਾ ਹੁੰਦਾ। ਸੱਚ ਨੂੰ ਸੱਚ ਕਹਿਣਾ, ਝੂਠ ਨੂੰ ਝੂਠ ਕਹਿਣਾ, ਕੋਈ ਨਾ ਕੋਈ ਤਾਂ ਫਿਰ ਰੱਬ ਕਿਸੇ ਬੰਦੇ ਦੇ ਵਿੱਚ ਕਹਿੰਦਾ ਜੀ ਆਪਣੀ ਸ਼ਕਤੀ ਪਾਉਂਦਾ ਹੈ, ਜਾਂ ਉਹਦੇ ਅਜਿਹੀ ਰੱਬੀ ਰੂਹ ਹੁੰਦੀ ਆ ਜਿਹੜੀ ਉਹ ਭਾਣਾ ਵਰਤਾਉਂਦੀ ਆ। ਫਿਰ ਉਹ ਜਦੋਂ ਅੱਗੇ ਉਹ ਹੁੰਦਾ ਫਿਰ ਫੈਸਲਾ ਜਿਹੜਾ ਹੋਏ ਜਾਂਦਾ। ਦੁਨੀਆ ਵਿੱਚ ਵੱਸਦੇ ਜਿਹੜੇ ਸਿੱਖ ਨੇ, ਜੇਲ੍ਹ ਦੀਆਂ ਸਲਾਖਾਂ ਚੋਂ ਇੱਕ ਫੋਟੋ ਜ਼ਰੂਰ ਵਾਇਰਲ ਹੋਈ ਹੈ ਸੁਮੇਧ ਸੈਣੀ ਦੀ। ਉਹ ਸਾਰੀਆਂ ਆਪਾਂ ਜਿਵੇਂ ਸੋਸ਼ਲ ਮੀਡੀਆ ਦੇਖਦੇ ਆ, ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਖੁਸ਼ ਆ ਤੇ ਰੱਬ ਦਾ ਸ਼ੁਕਰ ਮਨਾ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਜੇ 100 ਉਹਦੇ ਪਰ ਕਮੈਂਟ ਪਏ ਹੋਣਗੇ, ਇੱਕ ਵੀ ਇਹਨਾਂ ਦੇ ਹੱਕ ਦੇ ਵਿੱਚ ਪਿਆ ਹੋਵੇ, ਜਿਸ ਤੋਂ ਸਾਫ਼ ਤੇ ਸਪਸ਼ਟ ਆ ਜਿਹੜਾ ਅਧਿਕਾਰੀਆਂ ਨੂੰ ਵੀ, ਚਾਹੇ ਉਹ ਸੁਰੱਖਿਆ ਦੇ ਅਧਿਕਾਰੀਆਂ ਚਾਹੇ ਹੋਰ ਨੇ, ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਬੁਰੇ ਦਾ ਬੁਰਾ ਨਤੀਜਾ ਹੁੰਦਾ। ਲੋਕਾਂ ਨੂੰ ਸਭ ਪਤਾ ਹੁੰਦਾ ਤੁਹਾਡਾ ਕਿਰਦਾਰ ਕਿਹਾ ਜਾਏ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਸੁਮੇਧ ਸੈਣੀ ਪੰਜਾਬ ਦੇ ਸਾਬਕਾ ਡੀਜੀਪੀ। ਜਦੋਂ ਵੀ ਸੁਮੇਧ ਸੈਣੀ ਦਾ ਨਾਮ ਆਉਂਦਾ ਹੈ ਤੇ ਉਸ ਦੇ ਨਾਲ ਵਿਵਾਦ ਜਿਹੜੇ ਨੇ, ਸਮੇਂ-ਸਮੇਂ ਤੇ ਜਿਹੜੇ ਵਿਵਾਦ ਜੁੜੇ ਨੇ, ਉਹ ਵੀ ਜ਼ਿਹਨ ਦੇ ਵਿੱਚ, ਯਾਦ ਸ਼ਕਤੀ ਦੇ ਵਿੱਚ ਚੇਤੇ ਆ ਜਾਂਦੇ ਨੇ ਕਿ ਸੁਮੇਧ ਸੈਣੀ ਆਪਣੇ ਆਪ ਦੇ ਵਿੱਚ ਇੱਕ ਸਭ ਤੋਂ ਖਤਰਨਾਕ ਪੁਲਿਸ ਅਫਸਰ ਰਿਹਾ, ਪੁਲਿਸ ਅਫਸਰ ਮੰਨਿਆ ਜਾਂਦਾ ਰਿਹਾ। ਲਗਾਤਾਰ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਦੀ ਜਿਹੜੇ ਦਾਗ ਨੇ ਉਹ ਵੀ ਸੁਮੇਧ ਸੈਣੀ ਦੀ ਖਾਕੀ ਵਰਦੀ ਤੇ ਲੱਗੇ ਨੇ, ਔਰ ਭ੍ਰਿਸ਼ਟਾਚਾਰ ਦੇ ਦੋਸ਼ ਵੀ ਸੁਮੇਧ ਸੈਣੀ ਤੇ ਲੱਗੇ ਨੇ। ਵਿਜੀਲੈਂਸ ਦੀ ਰੇਡ ਵੀ ਲੰਘੇ ਦਿਨੀ ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਦੇ ਘਰ ਦੇ ਵਿੱਚ ਪਈ ਦੇਰ ਰਾਤ ਤੱਕ ਜਿਹੜੀ ਰੇਡ ਆ ਉਹ ਪੈਂਦੀ ਰਹੀ। ਔਰ ਇਸ ਮਾਮਲੇ ਦੇ ਵਿੱਚ ਹਾਲਾਂਕਿ ਰਾਹਤ ਕੋਰਟ ਦੇ ਵੱਲੋਂ ਸੁਮੇਧ ਸੈਣੀ ਨੂੰ ਮਿਲ ਗਈ ਹੋਵੇ, ਪਰ ਸੁਮੇਧ ਸੈਣੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੇਖਣ ਦਾ ਸੁਪਨਾ ਜਿਹੜਾ ਉਹਨਾਂ ਦੇ ਪੀੜਤਾਂ ਨੇ ਲਿਆ ਸੀ ਕਦੇ, ਔਰ ਜੋ ਲੋਕ ਚਾਹੁੰਦੇ ਸੀ ਕਿ ਸੁਮੇਧ ਸੈਣੀ ਨੂੰ ਉਸਦੀ ਕਰਨੀ ਦਾ ਫਲ ਮਿਲੇ, ਤੇ ਆਖਿਰਕਾਰ ਅੱਜ ਕਿਤੇ ਨਾ ਕਿਤੇ ਉਹਨਾਂ ਨੂੰ ਸਕੂਨ ਜ਼ਰੂਰ ਮਿਲਿਆ ਹੋਵੇਗਾ, ਕਿਉਂਕਿ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਦੀ ਟੀਮ ਦੇ ਕੋਲ ਇੱਕ ਕੇਸ ਦੇ ਵਿੱਚ ਜਿਹੜੀ ਆ ਸਹਿਯੋਗ ਦੇਣ ਗਈ ਸੀ ਜਾਂਚ ਦੇ ਵਿੱਚ, ਪਰ ਇੱਕ ਹੋਰ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਭ੍ਰਿਸ਼ਟਾਚਾਰ ਦਾ ਹੀ ਕੋਈ ਮਾਮਲਾ ਦੱਸਿਆ ਜਾਂਦਾ ਰਿਹਾ ਹੈ, ਔਰ ਅਦਾਲਤ ਦੇ ਵਿੱਚ ਪੇਸ਼ੀ ਵੀ ਸੁਮੇਧ ਸੈਣੀ ਦੀ ਜਿਹੜੀ ਆ ਮੁਲਜ਼ਮਾਂ ਦੇ ਵਾਂਗ ਹੋਈ ਹੈ। ਕਿੰਨੀ ਇਤਫਾਕ ਦੀ ਗੱਲ ਹੈ ਕਿ ਜੋ ਡੰਡੇ ਦੇ ਨਾਲ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦੇ ਸੀ, ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਰਹੇ, ਜ਼ਬਰਦਸਤੀ ਲੋਕਾਂ ਦੇ ਨਾਲ ਕਰਨ ਦੇ ਸੁਮੇਧ ਸੈਣੀ ਤੇ ਦੋਸ਼ ਲੱਗਦੇ ਰਹੇ। ਅੱਜ ਉਹੀ ਸੁਮੇਧ ਸੈਣੀ ਖੁਦ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਔਰ ਮੁਲਜ਼ਮਾਂ ਦੇ ਵਾਂਗੂ ਅਦਾਲਤ ਦੇ ਵਿੱਚ ਉਸਨੂੰ ਪੇਸ਼ ਵੀ ਕੀਤਾ ਗਿਆ। ਸੁਮੇਧ ਸੈਣੀ ਦੇ ਨਾਲ ਜੁੜੀ ਹਰੇਕ ਵਿਵਾਦ ਦੇ ਬਾਰੇ, ਪੂਰੀ ਅਪਡੇਟ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ। ਸਰ, ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਕਮਲ ਜੀ। ਸਰ, ਸੁਮੇਧ ਸੈਣੀ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਨੇ ਔਰ ਡੰਡੇ ਦੇ ਨਾਲ ਕਾਨੂੰਨ ਦਾ ਪਾਠ ਪੜ੍ਹਾਉਂਦੇ ਰਹੇ ਨੇ ਲੋਕਾਂ ਨੂੰ, ਨਾਜਾਇਜ਼ ਔਰ ਜਾਇਜ਼ ਦੋਵਾਂ ਤਰੀਕਿਆਂ ਦੇ ਨਾਲ ਸਮਝਾਉਂਦੇ ਰਹੇ ਨੇ, ਔਰ ਜਿਹੜਾ ਟੌਰਚਰ ਬੇਹੱਦ ਕੀਤਾ ਜਾਂਦਾ ਰਿਹਾ ਉਹ ਵੀ ਬਹੁਤ ਚਰਚਾ ਦਾ ਵਿਸ਼ਾ ਰਿਹਾ, ਵਿਵਾਦਾਂ ਦਾ ਵਿਸ਼ਾ ਰਿਹਾ ਸੁਮੇਧ ਸੈਣੀ। ਔਰ ਲਗਾਤਾਰ ਸੁਮੇਧ ਸੈਣੀ ਦੇ ਉੱਤੇ ਇੱਕ ਤੋਂ ਬਾਅਦ ਇੱਕ ਜਿਹੜੇ ਕੇਸ ਨੇ, ਪਰਚੇ ਖੁੱਲ੍ਹਦੇ ਰਹੇ ਨੇ, ਪਰ ਹਰ ਵਾਰ ਬਚਦੇ ਰਹੇ ਨੇ। ਕੀ ਕਾਰਨ ਬਚਣ ਦੇ ਮੰਨੇ ਜਾ ਰਹੇ ਨੇ, ਆਪਾਂ ਸਮੇਂ-ਸਮੇਂ ਤੇ ਡਿਸਕਸ ਵੀ ਕਰਦੇ ਰਹੇ ਹਾਂ, ਪਰ ਅੱਜ ਸੁਮੇਧ ਸੈਣੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਔਰ ਅਦਾਲਤ ਦੇ ਵਿੱਚ ਮੁਲਜ਼ਮਾਂ ਦੇ ਵਾਂਗ ਪੇਸ਼ ਕੀਤਾ ਗਿਆ। ਕਮਲ ਜੀ, ਦੇਖੋ, ਕਿਹਾ ਜਾਂਦਾ ਵੀ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ, ਤੇ ਦੂਜੀ ਗੱਲ ਇੱਕ ਹੋਰ ਕਹਾਵਤ ਆ ਕਿ ਗਿੱਦੜ ਦੀ ਜਦੋਂ ਮੌਤ ਆਉਂਦੀ ਆ ਉਹ ਸ਼ਹਿਰ ਵੱਲ ਨੂੰ ਭੱਜਦਾ ਹੈ, ਜਾਂ ਆ ਬੈਲ ਮੁਝੇ ਮਾਰ। ਬਹੁਤ ਤਰ੍ਹਾਂ ਦੀਆਂ ਕਹਾਵਤਾਂ ਹੈ ਜਿਹੜੀਆਂ ਸੋਸ਼ਲ ਮੀਡੀਆ 'ਤੇ ਉਹ ਤਰ੍ਹਾਂ ਦੀਆਂ ਆ ਰਹੀਆਂ, ਕਮੈਂਟ ਕੀਤੇ ਜਾ ਰਹੇ ਨੇ ਉਸ ਸੁਮੇਧ ਸੈਣੀ ਬਾਰੇ। ਨੋ ਡਾਊਟ ਸੁਮੇਧ ਸੈਣੀ ਆ ਜਿਹੜਾ ਇੱਕ ਬਹੁਤ ਹੀ ਚਰਚਿਤ ਤੇ ਵਿਵਾਦਿਤ ਨਾਮ ਰਿਹਾ। ਜਦੋਂ ਤੋਂ ਇਹ ਸਰਵਿਸ ਵਿੱਚ ਆਏ ਨੇ, ਖਾਸ ਕਰਕੇ ਐਸਐਸਪੀ ਲੱਗੇ ਨੇ, ਚਾਹੇ ਚੰਡੀਗੜ੍ਹ ਲੱਗੇ ਹੋਣ, ਚਾਹੇ ਜਲੰਧਰ ਹੋਵੇ, ਹੋਰ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਇਹ ਰਹੇ ਨੇ, ਇਹਨਾਂ ਦਾ ਨਾਮ ਕਿਤੇ ਨਾ ਕਿਤੇ ਵਿਵਾਦ ਨਾਲ ਜੁੜਦਾ ਰਿਹਾ। ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ, ਉਹ ਕਾਲਾ ਸਮਾਂ ਪੂਰਾ ਸਿਖਰ ਪਰ 'ਤੇ ਸੀ, ਤਾਂ ਉੱਚ ਅਧਿਕਾਰੀਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ, ਪ੍ਰਮੋਸ਼ਨਾਂ ਲੈਣ ਦੇ ਚੱਕਰ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਨੌਜਵਾਨੀ ਦਾ ਘਾਣ ਕੀਤਾ ਗਿਆ। ਇਕੱਲੇ ਨੌਜਵਾਨ ਹੀ ਨਹੀਂ,
ਸਮੇਤ ਸੈਣੀ ਵੱਲੋਂ ਜਾਂ ਇਹਨਾਂ ਦੇ ਹੋਰ ਸਾਥੀਆਂ ਵੱਲੋਂ ਜਿਹੜੀਆਂ ਵੂਮੈਨਸ ਨੇ ਹੁੰਦੀਆਂ ਨੇ, ਔਰਤਾਂ ਨੇ, ਕੁੜੀਆਂ ਨੇ, ਉਹਨਾਂ ਦਾ ਵੀ ਮਤਲਬ ਥਰਡ ਡਿਗਰੀ ਥਰਡ ਡਿਗਰੀ ਮਤਲਬ ਟੌਰਚਰ ਕੀਤਾ ਗਿਆ। ਕਈ ਘਟਨਾਵਾਂ ਅਜਿਹੀਆਂ ਨੇ ਜਿਹਦੇ ਵਿੱਚ ਪਰਿਵਾਰ ਦੇ ਪੁਰਸ਼ ਤੇ ਔਰਤਾਂ ਨੂੰ ਇਕੱਠਿਆਂ ਬਿਠਾ ਕੇ ਅਲਫ-ਨੰਗਾ ਤੱਕ ਕੀਤਾ ਗਿਆ ਹੈ ਜਾਂ ਉਹਨਾਂ ਦੇ ਨਾਲ ਟੌਰਚਰ ਕੀਤਾ ਗਿਆ। ਅਜਿਹੇ ਅਣਮਨੁੱਖੀ ਤਸੀਹੇ ਜਿਹੜੇ ਸਮੇਤ ਸੈਣੀ ਨੇ ਲੋਕਾਂ ਨੂੰ, ਜਾਂ ਜਿਹੜੇ ਉਸ ਸਮੇਂ ਵੱਖ-ਵੱਖ ਕੇਸਾਂ ਦੇ ਵਿੱਚ ਲੋਕ ਫੜੇ ਗਏ ਨੇ, ਨੌਜਵਾਨ ਫੜੇ ਗਏ ਨੇ, ਔਰਤਾਂ, ਉਹਨਾਂ ਨੂੰ ਤਸੀਹੇ ਦਿੱਤੇ ਜਿਨ੍ਹਾਂ ਦਾ ਬਿਆਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਜਦੋਂ ਬਹੁਤ ਪਿਛਲੇ ਦਿਨਾਂ ਦੌਰਾਨ ਕੋਈ ਨੌਜਵਾਨ ਜਾਂ ਔਰਤਾਂ ਮੀਡੀਆ ਦੇ ਸਾਹਮਣੇ ਆ ਕੇ ਬੋਲ ਦਿੰਦੇ ਆ, ਜਦੋਂ ਉਹ ਆਪਣਾ ਦੁੱਖ ਦਰਦ ਬਿਆਨ ਕਰਦੀਆਂ ਤੀਆਂ ਤਾਂ ਜਿਹੜਾ ਕਾਲਜ ਹੈ ਉਹਨੂੰ ਧੂ ਪੈਂਦੀ ਤੀ। ਅੱਜ ਜਿਵੇਂ ਤੁਸੀਂ ਕਹਿੰਦੇ ਵੀ ਬਹੁਤ ਲੋਕ ਖੁਸ਼ ਹੋਏ ਆ, ਸੋਸ਼ਲ ਮੀਡੀਆ ਭਰਿਆ ਪਿਆ, ਉਹ ਦਿਨਾਂ ਨੂੰ ਦੇਖ ਰਿਹਾ ਸੀਗਾ ਕਿ ਇਹ ਦਿਨ ਵੀ ਆਉਣਗੇ। ਇੱਕ ਵਾਰੀ ਤਾਂ ਸਾਰਿਆਂ ਨੇ ਇਹ ਉਮੀਦਾਂ ਛੱਡੀਆਂ ਹੋਈਆਂ ਤੀਆਂ ਕਿ ਸਮੇਤ ਸੈਣੀ ਵਰਗੇ ਵਿਅਕਤੀ ਨੂੰ, ਜੋ ਬਹੁਤ ਤੇਜ਼ ਤਰਾਜ ਸੁਪਰ ਕੌਪ ਨੇ, ਵੀ ਇਹਨਾਂ ਨੂੰ ਪੁਲਿਸ ਗ੍ਰਿਫਤਾਰ ਕਰੇਗੀ ਜਾਂ ਨਹੀਂ ਕਰੇਗੀ। ਇਹ ਵੀ ਲੱਗਦਾ ਰਿਹਾ ਕਿ ਇਹਨਾਂ ਨੂੰ ਕਿਤਨਾ ਕਿਤੇ ਸਰਪ੍ਰਸਤੀ ਹੈ ਵੀ ਤੀ। ਕਿਵੇਂ ਇੱਕ ਪਰਚਾ ਦਰਜ ਹੁੰਦਾ ਹੈ, ਕੋਰਟ ਵਿੱਚੋਂ ਸਟੇ ਮਿਲਦੀ ਆ, ਹਾਈ ਕੋਰਟ ਤੋਂ ਸਟੇ ਮਿਲਦੀ ਆ, ਕਤਲ ਵਰਗੇ ਮਾਮਲਿਆਂ ਵਿੱਚ ਤਾਂ ਵੀ ਅਰੈਸਟ ਸਟੇ ਹੋਈ ਆ। ਇਹ ਕਿਤੇ ਨਾ ਕਿਤੇ ਲੋਕਾਂ ਨੂੰ ਇਹੀ ਲੱਗ ਰਿਹਾ ਸੀਗਾ ਕਿ ਅਦਾਲਤਾਂ ਤੋਂ ਲੈ ਕੇ ਟੌਪ ਦੇ ਅਧਿਕਾਰੀ ਆ ਜਿਹੜੇ ਉਸ ਵਿਅਕਤੀ ਨੂੰ, ਇਸ ਪੁਲਿਸ ਅਫਸਰ ਨੂੰ ਬਚਾ ਰਹੇ ਨੇ। ਦੂਜੀ ਗੱਲ ਇਹ ਆ ਕਿ ਭਾਵੇਂ ਕਿ ਕਈ ਤਰ੍ਹਾਂ ਦੇ ਮਾਮਲੇ ਸਮੇਤ ਸੈਣੀ ਦੇ ਪਰ ਦਰਜ ਨੇ, ਫਸੇ ਹੋਏ ਨੇ, ਅਦਾਲਤਾਂ ਦੇ ਚੱਕਰ ਖਾ ਰਹੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਕਹਿੰਦੇ ਹੁੰਦਾ ਵੀ ਰੱਸੀ ਜਲ ਜਾਂਦੀ ਆ, ਰੱਸੀ ਦਾ ਵੱਟ ਨਹੀਂ ਜਾਂਦਾ। ਇਹਨੂੰ ਫਿਰ ਵੀ ਆਪਣੇ ਆਪ ਦੇ ਵਿੱਚ ਇੱਕ ਪੁਲਿਸ ਅਫਸਰ ਵਾਲਾ ਉਹੀ ਰੋਹਬ ਮਾਰਨ ਦਾ, ਆਕੜ ਰੱਖਣ ਵਾਲੀ ਇੱਕ ਆਦਤ ਜਿਹੜੀ ਉਹ ਬਰਕਰਾਰ ਬਣੀ ਸੀ। ਉਸੇ ਸਿਲਸਿਲੇ ਦੇ ਤਹਿਤ ਕੱਲ੍ਹ ਜਦੋਂ ਇਹ ਵਿਜੀਲੈਂਸ ਦੇ ਕੋਲ ਪੇਸ਼ ਹੋਣ ਜਾਂਦੇ ਨੇ, ਕਦੇ ਸਮੇਤ ਸੈਣੀ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਉਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਜਾਂ ਅਫਸਰ ਨੇ, ਜਿਹੜੇ ਕਦੇ ਡੀਜੀਪੀ ਸਮੇਤ ਸੈਣੀ ਨੂੰ ਸਲੂਟ ਮਾਰਦੇ ਹੁੰਦੇ ਨੇ, ਉਹ ਉਹਨਾਂ ਨੂੰ ਮੋਹਾਲੀ ਦੇ ਵਿਜੀਲੈਂਸ ਦਫ਼ਤਰ ਦੇ ਵਿੱਚ ਸਲਾਖਾਂ ਪਿੱਛੇ ਵੀ ਦੇ ਦੇਣਗੇ ਜਾਂ ਉਹਦੇ ਵਿੱਚ ਤੁੰਨ ਦੇਣਗੇ। ਇਹ ਕਦੇ ਉਹਨੇ ਸੋਚਿਆ ਵੀ ਨਹੀਂ ਹੋਣਾ। ਸਹੀ ਮਾਇਨੇ ਦੇ ਵਿੱਚ ਗੱਲ ਵੀ ਸਹੀ ਹੈ ਕਿ ਉਹ ਜਦੋਂ ਕੱਲ੍ਹ 8:15 ਵਜੇ ਦੇ ਕਰੀਬ ਮੋਹਾਲੀ ਵਿਜੀਲੈਂਸ ਕੋਲ ਪੇਸ਼ ਹੋਣ ਆਇਆ, ਉਹ ਉਸੇ ਢੰਗ ਨਾਲ ਆਇਆ ਆਪਣੇ ਵਕੀਲਾਂ ਨੂੰ ਨਾਲ ਲੈ ਕੇ, ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਆ। ਜਿਵੇਂ ਇੱਕ ਅਫਸਰ ਆਉਂਦਾ, ਉਹ ਆਇਆ, ਪੇਸ਼ ਹੋਇਆ ਅਤੇ ਗੱਡੀ ਦੇ ਵਿੱਚ ਬੈਠਾ ਰਿਹਾ। ਉਹ ਸ਼ਾਮ ਨੂੰ ਇਸ ਕਰਕੇ ਆਇਆ ਕਮਲ, ਬਹੁਤੇ ਕਈ ਵਾਰੀ ਬੰਦੇ ਪੁੱਛ ਰਿਹਾ ਵੀ ਰਾਤ ਨੂੰ ਕਿਉਂ ਆਇਆ, ਕੋਈ ਕਹਿ ਰਿਹਾ ਵੀ ਰਾਤ ਨੂੰ ਤਾਂ ਥਾਣੇ ਖੁੱਲ੍ਹੇ ਨਹੀਂ ਹੁੰਦੇ, ਅਦਾਲਤਾਂ ਨਹੀਂ ਖੁੱਲ੍ਹੀਆਂ ਹੁੰਦੀਆਂ। ਅਤੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਨਹੀਂ ਕਿ ਥਾਣੇ ਆ ਜਿਹੜੇ 24 ਘੰਟੇ ਖੁੱਲ੍ਹੇ ਹੁੰਦੇ ਨੇ, ਅਦਾਲਤ ਆ ਜਿਹੜੀ ਉਹ ਵੀ 24 ਘੰਟੇ ਖੁੱਲ੍ਹੀ ਹੁੰਦੀ ਆ। ਜਿਹੜਾ ਸਿਸਟਮ ਆ, ਸਰਕਾਰ ਆ, ਉਹ 24 ਘੰਟੇ ਵਾਸਤੇ ਕੰਮ ਕਰਦੀ ਆ। ਠੀਕ ਆ ਵੀ ਹੁਣ ਗਰੀਬ ਲੋਕ ਆ, ਉਹ 24 ਘੰਟੇ ਜਿਹੜਾ ਅਦਾਲਤ ਦਾ ਕੋਈ ਇੱਕ ਕੋਰਟ ਖੁੱਲ੍ਹੀ ਹੁੰਦੀ ਆ, ਜਿਹਨੂੰ ਆਪਾਂ ਡਿਊਟੀ ਮੈਜਿਸਟਰੇਟ ਕਹਿੰਦੇ ਆ। ਥਾਣਿਆਂ ਵਿੱਚ ਵੀ ਹੁੰਦਾ, SDM ਦਫ਼ਤਰ 'ਚ ਵੀ ਹੁੰਦਾ, DC ਦਫ਼ਤਰ 'ਚ ਵੀ ਹੁੰਦਾ। ਹਰੇਕ ਦਫ਼ਤਰ ਦੇ ਵਿੱਚ ਰਾਤ ਨੂੰ ਜਿਹੜੇ ਡਿਊਟੀ ਅਫਸਰ ਹੁੰਦਾ ਉਹ ਤੈਨਾਤ ਹੁੰਦਾ। ਚਲੋ ਉਹ ਉੱਥੇ ਆਏ, ਜਦੋਂ ਆ ਕੇ ਉਹ ਗੱਡੀ ਦੇ ਵਿੱਚ ਬੈਠੇ ਅਤੇ ਉਸ ਤਰ੍ਹਾਂ ਹੀ ਉਹ ਰੋਹਬ ਮਾਰਨ ਲੱਗੇ, ਗੱਡੀ ਦੇ ਥੱਲੇ ਨਹੀਂ ਉਤਰੇ। ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਮੈਂ ਜਾਵਾਂਗਾ ਉੱਥੇ, ਕਿਉਂਕਿ ਹਾਈ ਕੋਰਟ ਨੇ ਉਹਨਾਂ ਨੂੰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸੈਕਟਰ 20 ਦੇ ਵਿੱਚ ਜਿਹੜੀ ਕੋਠੀ ਸੀਗੀ, ਉਹਨੂੰ ਲੈ ਕੇ ਇੱਕ ਜ਼ਮੀਨ ਦਾ ਜਿਹੜਾ ਵਿਵਾਦ ਆ, ਇੱਕ ਜਿਹੜੇ ਲੋਕ ਨਿਰਮਾਣ ਵਿਭਾਗ ਦੇ ਇੱਕ ਜਿਹੜੇ ਕਾਰਜਕਾਰੀ ਇੰਜੀਨੀਅਰ ਆ, ਉਹ ਅਤੇ ਉਹਨਾਂ ਦੇ ਪਿਤਾ ਸਮੇਤ ਜਿਹੜੇ 11 ਦੇ ਕਰੀਬ ਉਹਦੇ ਵਿੱਚ ਇੱਕ ਜਿਹੜੇ ਮੁਲਜ਼ਮ ਆ ਉਹ ਬਣਾਏ ਗਏ ਨੇ। ਉੱਥੇ ਰੇਡ ਕੀਤੀ ਗਈ, 2 ਘੰਟੇ ਇਹਨਾਂ ਨੂੰ ਵਿਜੀਲੈਂਸ ਅਧਿਕਾਰੀ ਨੂੰ ਅੰਦਰ ਤੱਕ ਨਹੀਂ ਤਾਂ ਇਹਨਾਂ ਨੇ ਵੜਨ ਦਿੱਤਾ। ਪਹਿਲਾਂ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਇਹਨਾਂ ਨੂੰ ਜਿਹੜੀ ਇੰਟਰਮ ਬੇਲ ਆ ਜਿਹੜੀ ਉਹ ਦਿੱਤੀ ਹੋਈ ਆ, ਅਤੇ ਨਾਲ ਦੀ ਨਾਲ ਉਹ ਇਸ ਸ਼ਰਤ ਪਰ ਹਾਈ ਕੋਰਟ ਨੇ ਇਹਨਾਂ ਨੂੰ ਇੰਟਰਮ ਬੇਲ ਦਿੱਤੀ ਹੋਈ ਆ ਕਿ ਤੁਸੀਂ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਉਹ ਜੁਆਇਨ ਕਰਨੀ ਹੈ ਅਤੇ ਪੁਲਿਸ ਨੂੰ ਸਹਿਯੋਗ ਦੇਣਾ। ਅਕਸਰ ਹਰੇਕ ਕੋਰਟ ਆ ਜਿਹੜੀ ਜਦੋਂ ਕਿਸੇ ਨੂੰ ਇੰਟਰਮ ਬੇਲ ਦਿੰਦੀ ਆ, ਉਹ ਇਸੇ ਕੰਡੀਸ਼ਨ ਪਰ ਦਿੰਦੇ ਆ ਕਿ ਉਹ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਸਹਿਯੋਗ ਦੇਣਗੇ ਅਤੇ ਹਾਜ਼ਰ ਹੋਣਗੇ। ਉਸ ਸਿਲਸਿਲੇ ਦੇ ਤਹਿਤ ਹੀ ਹੁਣ ਉਹ ਹਫ਼ਤਾ ਹੋਣ ਵਾਲਾ ਸੀ, ਉਹ ਤਾਂ ਹੀ ਉੱਥੇ ਗਏ ਸਨ ਕਿ ਮੈਂ ਉੱਥੇ ਜਾਵਾਂਗਾ, ਆਪਣੀ ਹਾਜ਼ਰੀ ਲਾਵਾਂਗਾ, ਮੇਰੇ ਵਕੀਲ ਨਾਲ ਹੋਣਗੇ। ਹਾਜ਼ਰੀ ਲਵਾ ਕੇ ਵੀ ਮੈਂ ਗਿਆ ਤਾਂ ਵੀ ਉੱਥੇ ਆਪਣੀ ਹਾਜ਼ਰੀ ਲਵਾ ਕੇ ਮੇਰੀ ਉਹ ਜਿਹੜੀ ਬੇਲ ਆ ਉਹ ਰੈਗੂਲਰ ਹੋ ਜਾਏਗੀ। ਉੱਥੇ ਉਹ ਗੱਡੀ ਦੇ ਵਿੱਚ ਨਹੀਂ ਉਤਰਿਆ ਅਤੇ ਦਬਕੇ ਮਾਰਦੇ ਰਹੇ। ਦੱਸਿਆ ਜਾਂਦਾ ਕਿ ਜਿਹੜੇ ਪੁਲਿਸ ਦੇ ਅਧਿਕਾਰੀ ਤੇ
ਉਹ ਇਹਨਾਂ ਨੂੰ ਬਹੁਤ ਜੀ ਕਹਿ ਕੇ ਸਰ ਕਹਿ ਕੇ ਅੰਦਰ ਬੁਲਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਕਿ ਸਰ ਆਓ ਕਿ ਆਪਾਂ ਗੱਲ ਕਰਦੇ ਆ, ਬਿਆਨ ਕਰਦਾ। ਉਹ ਆਪਣੀ ਗੱਡੀ 'ਚੋਂ ਨਹੀਂ ਉਤਰਿਆ, ਜਿਵੇਂ ਉਹਨਾਂ ਨੇ ਬਾਹਰ ਗੱਡੀ ਲਾਤੀ, ਮੇਰੇ ਤੇ ਇੱਥੇ ਪੁੱਛੋ, ਮੇਰੇ ਤੇ ਦਸਤਖਤ ਕਰਾਓ, ਜੋ ਕੁਝ ਕਰਨਾ। ਕਿਉਂਕਿ ਕਿਤੇ ਨਾ ਕਿਤੇ ਉਹੀ ਪੁਲਿਸ ਦੇ ਵਾਲਾ ਰੋਹਬ ਆ ਜਿਹੜਾ ਜਾਂ ਆਕੜ ਆ, ਜਾਂ ਕੇਂਦਰ ਸਰਕਾਰ ਦੇ ਵਿੱਚ ਇੱਕ ਟੌਪ ਦਾ ਅਧਿਕਾਰੀ ਆ ਜਿਹੜਾ ਜਿਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੀ ਇਹਨਾਂ ਨੂੰ ਸਰਪ੍ਰਸਤੀ ਆ, ਉਹ ਕਿਤੇ ਨਾ ਕਿਤੇ ਅੰਦਰ ਬੋਲਦਾ ਤਾ। ਜਿਵੇਂ ਕਹਿੰਦੇ ਹੁੰਦੇ ਆ ਗੀਤ ਆ, ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਉਹਦੇ ਵਿੱਚ ਐਵੇਂ ਹੀ ਇਹਦੇ ਵਿੱਚ ਵੀ ਕੋਈ ਉਹ ਜਿਹੜੀ ਤਾਕਤ ਸੀ ਉਹ ਬੋਲ ਦਿੱਤੀ। ਚਲੋ ਕਿਤੇ ਨਾ ਕਿਤੇ ਜਦੋਂ ਖੈਬੜਨ ਲੱਗਿਆ ਇਹਨਾਂ ਨੇ, ਮਤਲਬ ਜਿਹੜੇ ਉੱਥੇ ਦੇ ਵਿਜੀਲੈਂਸ ਦੇ ਅਧਿਕਾਰੀ ਤੇ ਜਾਂ ਮੁਲਾਜ਼ਮ ਉਹਨਾਂ ਦੇ ਨਾਲ ਥੋੜ੍ਹੀ ਜਿਹੀ ਉੱਚੀ ਆਵਾਜ਼ ਦੇ ਵਿੱਚ ਬੋਲਿਆ, ਤਾਂ ਜਾ ਕੇ ਅੰਦਰ ਜਦ ਪੁੱਛ-ਗਿੱਛ ਵਾਲੀ ਗੱਲ ਸ਼ੁਰੂ ਹੋਈ ਤਾਂ ਕੁਦਰਤੀ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਤੇ ਫਿਰ ਉਹਨਾਂ ਨੂੰ ਵੀ ਮੌਕਾ ਮਿਲਿਆ। ਜਿਹੜਾ ਇੱਕ ਪੁਰਾਣਾ ਮਾਮਲਾ ਸੀਗਾ ਉਹਦੇ ਵਿੱਚ ਫਿਰ ਇਹਨਾਂ ਨੇ ਉਹਨਾਂ ਦੀ ਅਰੈਸਟ ਪਾਤੀ। ਹਾਲਾਂਕਿ ਉਦੋਂ ਇੱਕ ਵਾਰੀ ਮੀਡੀਆ 'ਚ ਚਰਚਾ ਇਹ ਆਈ ਕਿ ਇੱਕ ਜਿਹੜਾ ਇਹਨਾਂ ਨੇ ਆਪਣੇ DGP ਦੇ ਦੌਰਾਨ ਕਾਂਸਟੇਬਲਾਂ ਦੀ ਭਰਤੀ ਕੀਤੀ ਆ, ਵੀ ਉਹ ਮਾਮਲਾ ਚੱਲਦਾ, ਕੋਈ ਕੋਠੀ ਨੂੰ ਲੈ ਕੇ ਚੱਲਿਆ, ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ। ਇਸ ਮਾਮਲੇ ਬਾਰੇ ਮੈਨੂੰ ਲੱਗਦਾ ਸੁਮੇਧ ਸੈਣੀ ਨੂੰ ਪਤਾ ਵੀ ਨਹੀਂ ਹੋਣਾ ਵੀ ਮੇਰੇ ਬਾਰੇ ਇਹ ਮਾਮਲਾ ਜਿਹੜਾ ਹਲੇ ਪੈਂਡਿੰਗ ਪਿਆ, ਠੀਕ ਆ। ਉਹ ਇੱਕ ਕਰਾਲੀ ਦੇ ਆਰ ਚੰਡੀਗੜ੍ਹ ਜਿਹੜਾ ਰੋਡ ਆ ਮਾਜਰੀ ਦੇ ਨੇੜੇ, ਉੱਥੇ ਇੱਕ ਪ੍ਰਾਪਰਟੀ ਸੀਗੀ ਜਿਹਦੇ 'ਚ ਦਵਿੰਦਰ ਸਿੰਘ ਸੰਧੂ ਆ, ਇੱਕ ਕੰਪਨੀ ਸੀਗੀ WWICS, ਬਹੁਤ ਚਰਚਿਤ ਮਾਮਲਾ ਰਿਹਾ। ਉਸ ਜ਼ਮੀਨ ਨੂੰ ਲੈ ਕੇ, ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਇੱਕ ਵੱਡਾ ਜਿਹੜਾ ਘਪਲਾ ਸੀਗਾ। ਉਦੋਂ ਪੁਲਿਸ ਨੇ ਇੱਕ ਜਿਹੜਾ ਮਾਮਲਾ ਸੀਗਾ ਉਹ ਦਰਜ ਕੀਤਾ ਸੀਗਾ। ਇੱਕ ਉਦੋਂ IAS ਅਧਿਕਾਰੀ ਸੀਗੇ ਅਸ਼ੋਕ ਕੁਮਾਰ, ਇੱਕ ਉਹ ਨਗਿੰਦਰ ਰਾਓ ਸੀਗਾ, ਉਹ ਜਨਰਲ ਮੈਨੇਜਰ ਸੀਗਾ ਉਸ ਕੰਪਨੀ ਦਾ, ਅਤੇ ਦਵਿੰਦਰ ਸਿੰਘ ਸੰਧੂ ਸੀਗੇ ਜਿਹੜੇ ਡਾਇਰੈਕਟਰ ਸੀਗੇ। ਇੱਦਾਂ ਕਈ ਲੋਕਾਂ ਦੇ ਖਿਲਾਫ ਇਹਨਾਂ ਦੇ ਪਰ ਵੀ ਇਹ ਜਿਹੜਾ ਮਾਮਲਾ ਦਰਜ ਕੀਤਾ ਸੀਗਾ ਕਿ ਇਹਨਾਂ ਨੇ ਕਿਵੇਂ ਉਹ ਜਿਹੜੀ ਪ੍ਰਾਪਰਟੀ ਆ ਉਹਦੇ ਫਰਜ਼ੀ ਜਿਹੜੇ ਦਸਤਾਵੇਜ਼ ਆ ਉਹ ਤਿਆਰ ਕੀਤੇ ਗਏ ਨੇ। ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੂੰ ਕਦੇ ਸੋਚਿਆ ਵੀ ਨਹੀਂ ਵੀ ਮੈਨੂੰ ਗ੍ਰਿਫਤਾਰ ਕਰ ਲੈਣਗੇ। ਤੇ ਜਦੋਂ ਇਹਨਾਂ ਦੀ ਗ੍ਰਿਫਤਾਰੀ ਦੀ ਖਬਰ ਹੋਈ, ਨਸ਼ਰ ਹੋਈ, ਤਾਂ 100 ਦੁਨੀਆ ਨੇ, ਕਹਿੰਦੇ ਹੁੰਦੇ ਆ ਵੀ ਦੁਨੀਆ ਨੇ ਸ਼ੁਕਰ ਮਨਾਇਆ ਕਿ ਇਸ ਅਧਿਕਾਰੀ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਗਿਆ। ਤੇ ਹੁਣ ਜੇ ਆਪਾਂ ਕਹੀਏ ਵੀ ਇਹਨਾਂ ਦਾ ਵਿਵਾਦਾਂ ਦੇ ਨਾਲ ਨਾ ਆ, ਜਿਵੇਂ ਇਹਨਾਂ ਦਾ ਕੋਠੀ ਵਾਲਾ ਮਾਮਲਾ ਹੋਇਆ, ਉਹ ਤੋਂ ਬਾਅਦ ਇੱਕ ਮੁਲਤਾਨੀ ਕੇਸ ਆ, ਸਾਬਕਾ IAS ਅਧਿਕਾਰੀ ਆ, ਉਹਨਾਂ ਦੇ ਜਿਹੜੇ ਬੇਟੇ ਨੇ ਮੁਲਤਾਨੀ ਦੇ, ਉਹਨਾਂ ਦੇ ਨਾਲ ਕਿਵੇਂ ਇਹਨਾਂ ਨੇ 3rd ਡਿਗਰੀ ਟਾਰਚਰ ਤੱਕ ਕੀਤਾ ਗਿਆ। ਫਿਰ ਜਿਹੜੀ ਉਹਦੀ ਮੌਤ ਹੋ ਜਾਂਦੀ ਆ, ਉਹ ਮਾਮਲਾ ਜਿਹੜਾ ਉਹ ਵੀ ਹਲੇ ਵਿਚਾਰ ਅਧੀਨ ਹੈਗੀ ਆ। ਉਹਦੇ ਵਿੱਚ ਵੀ ਇਹਨਾਂ ਨੂੰ ਜਿਹੜੀ ਅਰੈਸਟ ਸਟੇ ਹੋਈ ਆ, ਬੇਲ ਮਿਲੀ ਹੋਈ ਆ, ਉਹ ਮਾਮਲਾ ਵੀ ਜਿਹੜਾ ਅਦਾਲਤ ਵਿੱਚ ਚੱਲ ਰਿਹਾ, ਸੁਪਰੀਮ ਕੋਰਟ ਤੱਕ ਗਿਆ ਉਹ ਮਾਮਲਾ। ਦੇਖੋ ਉਸ ਮਾਮਲੇ ਦੇ ਵਿੱਚ ਹਲੇ ਪੈਂਡਿੰਗ ਚੱਲ ਰਿਹਾ, ਨਿਆਂ ਉਹ ਹੋਣਾ ਹਲੇ। ਇਸੇ ਤਰ੍ਹਾਂ ਇੱਕ ਲੁਧਿਆਣੇ ਦਾ ਮਾਮਲਾ ਜਿਹਦੇ ਵਿੱਚ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਦੱਸੇ ਜਾਂਦੇ ਆ, ਇਹਨਾਂ ਦੀ ਸਿਸਟਰ ਆ, ਹਾਂ, ਉਹ ਟ੍ਰਿਪਲ ਮਰਡਰ ਕੇਸ ਆ। ਉਹ ਲੰਬੇ ਸਮੇਂ ਤੋਂ ਟ੍ਰਿਪਲ ਮਰਡਰ ਦੇ ਕੇਸ ਦੇ ਵਿੱਚ ਇਹ ਜਿਹੜੇ ਸਜ਼ਾ ਜਿਹੜੀ ਮਤਲਬ ਮਿਲੀ ਤਾਂ ਨਹੀਂ, ਪਰ ਉਸ ਸੁਣਵਾਈਆਂ ਜਿਹੜੀਆਂ ਡੋਰ ਟੂ ਡੋਰ ਅੱਗੇ ਵੱਧਦੀਆਂ ਜਾ ਰਹੀਆਂ, ਸਟੈਪ ਬਾਈ ਸਟੈਪ ਤਰੀਕਾਂ ਪੈਂਦੀਆਂ ਆ ਰਹੀਆਂ, ਉਹ ਮਾਮਲਾ ਵੀ ਬਹੁਤ ਲੰਬਾ ਹੋ ਗਿਆ। ਇਸੇ ਤਰ੍ਹਾਂ ਹੋਰ ਜਿਹੜੇ ਗੈਰ ਮਨੁੱਖੀ ਜਿਹੜੇ ਕੰਮ ਸੀਗੇ, ਅਣਮਨੁੱਖੀ ਤਸੀਹੇ ਤਸੱਦਦ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਚੱਲ ਰਹੀਆਂ, ਕਰਪਸ਼ਨ ਦੇ ਮਾਮਲੇ ਵੀ ਕਿਵੇਂ ਨਾ ਕਿਵੇਂ ਇਹ ਆਪਣਾ ਸਿਆਸੀ ਦਬਾਅ ਕਹਿ ਲਓ ਜਾਂ ਆਪਣੀ ਜਿਹੜੀ ਪਕੜ ਹੁੰਦੀ ਆ ਡਿਪਾਰਟਮੈਂਟ ਦੇ ਵਿੱਚ ਜਾਂ ਉਹਦੇ ਨਾਲ ਇਹ ਬਚਦੇ ਰਹੇ ਨੇ। ਬਰਗਾੜੀ ਗੋਲੀकांड ਮਾਮਲਾ ਖਾਸ ਤੌਰ ਤੇ ਸਭ ਤੋਂ ਤੇ ਉਹ ਸਿੱਖਾਂ ਦੇ ਨਾਲ ਬਹੁਤ ਨੇੜੇ ਤੇ ਜੁੜਿਆ ਹੋਇਆ ਜਿਹੜਾ ਬਰਗਾੜੀ ਕਾਂਡ ਆ, ਬੇਅਦਬੀ ਕਾਂਡ, ਉਹਦੇ ਵਿੱਚ ਜਿਹੜੀ ਉਹ ਗੋਲੀ ਚਲਾਈ ਜਾ ਰਹੀ ਆ, ਉਹਦੇ ਵਿੱਚ ਤਾਂ ਜਿਹੜੀਆਂ ਸਿੱਖ ਧਿਰਾਂ ਨੇ, ਖਾਸ ਕਰਕੇ ਹਾਰਡਕੋਰ ਸਿੱਖ ਨੇ, ਉਹ ਵੀ ਬਾਰ-ਬਾਰ ਡਿਮਾਂਡ ਕਰਦੇ ਰਹੇ ਨੇ ਕਿ ਇਹਨਾਂ ਨੂੰ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਵੇ। ਪਰ ਕਿਤੇ ਨਾ ਕਿਤੇ ਹਰੇਕ ਮਾਮਲੇ ਦੇ ਵਿੱਚ ਇਹ ਲਗਾਤਾਰ ਬਚਦੇ ਰਹੇ ਨੇ, ਤਾਂ ਜਾ ਕੇ ਕਿਤੇ ਇਹਨਾਂ ਦੀ ਜਿਹੜੀ ਸੁਣਵਾਈ ਆ ਉਹ ਕਦੇ ਲੰਬੀ ਹੋ ਜਾਂਦੀ ਤੀ, ਕਦੇ ਕੁਛ ਹੋ ਜਾਂਦਾ, ਕਦੇ ਕੁਝ ਹੋ ਜਾਂਦਾ। ਪਰ ਇਸ ਮਾਮਲੇ ਦੇ ਵਿੱਚ ਜਦੋਂ ਹੁਣ ਗ੍ਰਿਫਤਾਰ ਹੋ ਗਏ ਤਾਂ ਇੱਕ ਗੱਲ ਦੀ ਆਪਾਂ ਨੂੰ ਤਸੱਲੀ ਕਰਨੀ ਬਣਦੀ ਹੈ ਕਿ ਰੱਬ ਦੇ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ ਹੈ। ਤੇ ਦੂਜੀ ਗੱਲ, ਕਾਨੂੰਨ ਆ ਜਿਹੜਾ ਉਹਦੇ ਹੱਥ ਬਹੁਤ ਲੰਬੇ ਹੁੰਦੇ ਨੇ। ਜੇਕਰ ਸਰਕਾਰਾਂ ਚਾਹੁਣ, ਅਫਸਰਸ਼ਾਹੀ ਚਾਹੇ, ਸਿਸਟਮ ਨੂੰ ਚਾਹੇ ਵੀ ਉਹਨੂੰ ਸਿਸਟਮ ਨੂੰ ਠੀਕ ਕਰਨਾ ਤਾਂ ਸਾਰਾ ਕੁਝ ਠੀਕ ਹੋ ਜਾਂਦਾ। ਜਿਵੇਂ ਕਿ ਅੱਜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਇਹਨਾਂ ਦੀ ਗ੍ਰਿਫਤਾਰੀ ਇਕੱਲੀ ਸੁਮੇਧ ਸਿੰਘ ਸੈਣੀ ਵਾਸਤੇ ਹੀ ਸਬਕ ਨਹੀਂ ਸਿਖਾਉਣ ਵਾਲੀ, ਖਾਸ ਕਰਕੇ ਜਿਹੜੇ ਹੋਰ ਪੁਲਿਸ ਅਧਿਕਾਰੀ ਨੇ ਜਾਂ ਸਿਵਲ ਦੇ ਅਧਿਕਾਰੀ ਨੇ, ਹੋਰ ਲੋਕ ਨੇ, ਉਹਨਾਂ ਵਾਸਤੇ ਵੀ ਇੱਕ ਇਹ ਬਹੁਤ ਵੱਡਾ ਚੈਲੰਜ ਆ, ਜਾਂ ਇਹ ਇੱਕ ਚੁਣੌਤੀ ਹੋਵੇਗੀ, ਜਾਂ ਇਹ ਆਪਾਂ ਕਹਿ ਸਕਦੇ ਆ ਕਿ ਇਹ ਤੋਂ ਸਬਕ ਸਿੱਖਣ ਦੀ ਜ਼ਰੂਰਤ ਆ ਉਹਨਾਂ ਅਫਸਰਾਂ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਕਿਵੇਂ ਨਾ ਕਿਵੇਂ ਠੱਗੀਆਂ ਮਾਰ ਕੇ
ਲੋਕਾਂ ਦੇ ਨਾਲ ਲੋਕਾਂ ਦੀਆਂ ਪ੍ਰਾਪਰਟੀਆਂ ਦੱਬ ਰਹੇ ਨੇ, ਭ੍ਰਿਸ਼ਟਾਚਾਰ ਕਰਕੇ ਆਪਣੇ ਘਰ ਭਰ ਰਹੇ ਨੇ ਕਿ ਆਖਰ ਨੂੰ ਕੁਝ ਵੀ ਤੁਹਾਡੇ ਨਾਲ ਨਹੀਂ ਜਾਣਾ, ਇੱਕ ਨਾ ਇੱਕ ਦਿਨ ਜਿਹੜੀਆਂ ਇਹ ਪ੍ਰਾਪਰਟੀਆਂ ਜਾਂ ਇਹ ਪੈਸਾ ਇੱਥੇ ਰਹਿ ਜਾਣਾ। ਕਿਵੇਂ ਇਹ ਇੱਕ ਅਧਿਕਾਰੀ ਆ ਜਿਹੜਾ ਐਡੀ ਵੱਡੀ ਪੋਸਟ 'ਪਰ ਰਹਿ ਕੇ ਵੀ ਇੰਨੇ ਗਨਮੈਨ ਆ ਹੋਰ ਆ ਜਿਹੜੇ ਸਾਰੇ ਨਾਲ ਹੁੰਦੇ, ਫਿਰ ਵੀ ਇੱਕ ਆਜ਼ਾਦ ਜ਼ਿੰਦਗੀ ਨਹੀਂ ਸੀ ਜੀ ਸਕਦਾ। ਕਿਵੇਂ ਪਿਛਲੇ 4 ਸਾਲਾਂ ਤੋਂ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ, ਕਿਵੇਂ ਡਰ ਕੇ ਜ਼ਿੰਦਗੀ ਆ ਜਿਹੜੀ ਉਹ ਕੱਟ ਰਿਹਾ। ਅਜਿਹੀ ਜ਼ਿੰਦਗੀ ਕਾਹਦੀ ਜ਼ਿੰਦਗੀ ਆ ਜਦੋਂ ਤੁਸੀਂ ਤੁਹਾਡੇ ਹਰ ਵੇਲੇ ਇੱਕ ਡਰ ਆ ਜਿਹੜਾ ਕਾਨੂੰਨ ਦੇ ਸਕੰਜੇ ਦਾ, ਗ੍ਰਿਫਤਾਰੀ ਦਾ, ਜੇਲ੍ਹ ਹੋਣ ਦਾ ਡਰ ਤੁਹਾਡੇ ਉੱਪਰ ਮੰਡਰਾਉਂਦਾ ਰਹੇ। ਅਜਿਹੀ ਵੀ ਕੋਈ ਜ਼ਿੰਦਗੀ ਨਹੀਂ ਹੁੰਦੀ। ਕਈ ਬੰਦੇ ਤਾਂ ਇਹ ਕਹਿੰਦੇ ਆ ਕਿ ਚੰਗੀ ਗੱਲ ਹੈ ਕਿ ਪੁਲਿਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਗ੍ਰਿਫਤਾਰ ਕਰਕੇ ਹੋਵੇਗਾ ਕਿ ਜਿਵੇਂ ਅੱਜ ਕੋਰਟ ਵਿੱਚ ਪੇਸ਼ ਕਰਤਾ, ਪੁਲਿਸ ਰਿਮਾਂਡ ਮੰਗੇਗੀ, ਪੇਸ਼ ਹੋ ਜਾਏਗਾ, ਪੁਲਿਸ ਕੋਲ ਰਹੇਗਾ, 14 ਕੁਝ ਦਿਨਾਂ ਬਾਅਦ ਫਿਰ ਜੁਡੀਸ਼ੀਅਲ 'ਚ ਚਲਾ ਜਾਏਗਾ, ਜੁਡੀਸ਼ੀਅਲ ਦੇ ਵਿੱਚ ਬੇਲ ਵੀ ਹੋ ਜਾਏਗੀ, ਫਿਰ ਉਹ ਠੰਮੇ ਨਾਲ ਸ਼ਾਂਤ ਹੋ ਕੇ ਘਰ ਬੈਠ ਜਾ। ਕਿ ਜਿਹੜੀ ਇਹ ਬਦਨਾਮੀ ਹੈ, ਕਦੇ ਘਰੋਂ ਭਜਾ ਕੇ ਰੱਖਣਾ, ਘਰੋਂ ਬੇਘਰ ਰੱਖਣਾ, ਇਹ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੁੰਦੀ ਆ, ਇਹ ਸਭ ਤੋਂ ਵੱਡਾ ਡਰ ਹੁੰਦਾ। ਹੁਣ ਇਹ ਤੋਂ ਵੱਡੀ ਜਲੀਲਤਾ, ਇਹ ਤੋਂ ਵੱਡੀ ਜਲਾਲਤ ਕੀ ਹੋ ਸਕਦੀ ਹੈ ਕਿ ਇੱਕ ਟੌਪ ਦਾ ਅਧਿਕਾਰੀ ਹੋਵੇ, ਉਹਦੇ ਘਰ ਇੱਕ ਕਾਂਸਟੇਬਲ ਤੋਂ ਲੈ ਕੇ SP ਤੱਕ ਜਾਂ DIG ਤੱਕ ਉਹਦੇ ਘਰ ਰੇਡ ਮਾਰਦਾ ਹੋਵੇ, ਉਹਨਾਂ ਪੁਲਿਸ ਅਧਿਕਾਰੀ ਆ ਜਿਹੜਾ ਇਹ ਭੱਜਿਆ ਫਿਰਦਾ ਹੋਵੇ, ਇਹ ਤੇ ਵੱਡੀ ਜਲਾਲਤ ਕੀ ਹੋ ਸਕਦੀ ਆ। ਇਸ ਕਰਕੇ ਜਿਹੜੇ ਬਾਕੀ ਦੇ ਅਧਿਕਾਰੀ ਨੇ, ਜਿਹੜੀ ਮਰਜ਼ੀ ਪੋਸਟ ਪਰ ਲੱਗਿਆ ਹੋਇਆ, ਉਹਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ, ਚਾਹੇ ਉਹ ਸਾਡੇ ਪੋਲੀਟੀਸ਼ੀਅਨ ਨੇ, ਚਾਹੇ ਅਫੀਸਰ ਨੇ, ਕਿ ਕਾਨੂੰਨ ਆ ਜਿਹੜਾ ਸਭ ਵਾਸਤੇ ਇੱਕ ਬਰਾਬਰ ਹੁੰਦਾ। ਜਦੋਂ ਕਾਨੂੰਨ ਆਪਣਾ ਹੱਥ ਦਿਖਾਉਂਦਾ ਜਾਂ ਕਾਨੂੰਨ ਕੰਮ ਕਰਨਾ ਸ਼ੁਰੂ ਕਰ ਦਿੰਦਾ, ਤਾਂ ਉਹਦੀਆਂ ਨਜ਼ਰਾਂ ਵਿੱਚ ਇੱਕ ਜਿਹੜਾ ਮਜ਼ਦੂਰ ਤੋਂ ਲੈ ਕੇ ਟੌਪ ਦੀ ਕੁਰਸੀ ਪਰ ਜੋ ਬੈਠਾ ਵਿਅਕਤੀ ਆ, ਉਹ ਵੀ ਇੱਕ ਬਰਾਬਰ ਹੁੰਦਾ। ਕਾਨੂੰਨ ਨੇ ਆਪਣਾ ਕੰਮ ਕਰਨਾ। ਹੁਣ ਜਿਵੇਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ, ਮੈਨੂੰ ਲੱਗਦਾ ਕਿ ਸਟੈਪ ਬਾਈ ਸਟੈਪ ਜਿਹੜੇ ਹੋਰ ਮਾਮਲੇ ਆ ਉਹ ਵੀ ਸਾਹਮਣੇ ਆਉਣਗੇ। ਜਿਵੇਂ ਮੁਲਤਾਨੀ ਵਾਲੇ ਕੇਸ ਹੋਇਆ ਸੀਗਾ, ਕਿਵੇਂ ਇਹਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਇੱਕ ਵਾਰੀ ਰੱਦ ਹੋਈਆਂ ਲੋਕਲ ਕੋਰਟਾਂ ਦੇ ਵਿੱਚ, ਚਲੋ ਹਾਈ ਕੋਰਟ, ਸੁਪਰੀਮ ਕੋਰਟ ਤੱਕ ਤੋਂ ਮਿਲਦੀਆਂ ਰਹੀਆਂ। ਇੱਦਾਂ ਹੀ ਹੋਰ ਮਾਮਲੇ ਵੀ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ, ਕਿਉਂਕਿ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਚੁੱਕਿਆ। ਜਦੋਂ ਗ੍ਰਿਫਤਾਰ ਹੋਇਆ ਹੁੰਦਾ, ਅੱਗੇ ਉਹਦਾ ਪੁਲਿਸ ਰਿਮਾਂਡ ਖਤਮ ਹੁੰਦਾ, ਜੁਡੀਸ਼ੀਅਲ 'ਚ ਜਾਣਾ ਹੁੰਦਾ, ਤਾਂ ਪੁਲਿਸ ਕੋਈ ਅੱਗੇ ਤੇ ਅੱਗੇ ਜਿਹੜੇ ਰਿਮਾਂਡ ਆ ਉਹ ਲਏ ਜਾਂਦੇ ਨੇ ਤਾਂ ਕਿ ਇਸ ਨੂੰ ਹੋਰ ਬਦਨਾਮ ਕੀਤਾ ਜਾਵੇ, ਉਲਝਾਇਆ ਜਾਵੇ, ਬਾਹਰ ਨਾ ਨਿਕਲੇ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੁਣੌਤੀਆਂ ਜਾਂ ਮੁਸ਼ਕਲਾਂ ਉਹ ਸੁਮੇਧ ਸੈਣੀ ਦੀਆਂ ਹੋਰ ਵੀ ਵੱਧ ਸਕਦੀਆਂ ਨੇ। ਸਰ, ਸਭ ਤੋਂ ਵੱਡਾ ਸਵਾਲ ਇਹੀ ਜੁੜਦਾ ਹੈ ਕਿ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਕਿ ਚਰਚਾਵਾਂ ਦਾ ਤੇ ਵਿਵਾਦ ਦਾ ਵਿਸ਼ਾ ਸੁਮੇਧ ਸੈਣੀ ਅਕਸਰ ਰਹੇ ਨੇ, ਖਾਸ ਤੌਰ ਤੇ ਜਦੋਂ SSP ਬਣੇ। ਸਭ ਤੋਂ ਪਹਿਲਾਂ ਬਲਵੰਤ ਸਿੰਘ ਮੁਲਤਾਨੀ ਦਾ ਮਾਮਲਾ ਹੋ ਗਿਆ, ਜਟਾਣਾ ਇੱਕ ਫੈਮਿਲੀ ਸੀਗੀ, ਉਹਨਾਂ ਦਾ ਮਾਮਲਾ ਹੋਇਆ, ਲੁਧਿਆਣਾ 'ਚ ਟ੍ਰਿਪਲ ਮਰਡਰ ਕੇਸ ਹੋਇਆ, ਪ੍ਰਾਪਰਟੀ ਦਾ ਮਾਮਲਾ ਹੋ ਗਿਆ, ਬੀਬੀ ਨਿਰਪ੍ਰੀਤ ਕੌਰ 1984 ਪੀੜਤ ਨੇ, ਉਹਨਾਂ ਦੇ ਨਾਲ ਵੀ ਇੰਟਰੋਗੇਸ਼ਨ ਸੁਮੇਧ ਸੈਣੀ ਦੇ ਵੱਲੋਂ ਕੀਤੀ ਗਈ ਆ। ਰੋਪੜ ਦੇ ਵਿੱਚ ਉਹਨਾਂ ਦਾ ਨਾਮ ਮੇਰੇ ਦਿਮਾਗ 'ਚੋਂ ਸਕਿਪ ਹੋ ਗਿਆ, ਇੱਕ ਵਿਅਕਤੀ ਨੇ, ਉਹ ਵੀ ਗਵਾਹ ਨੇ, ਬਲਵੰਤ ਸਿੰਘ ਮੁਲਤਾਨੀ ਦੇ ਨਾਲ ਜਿਸ ਤਰੀਕੇ ਦਾ ਰਵੱਈਆ ਜਿਹੜਾ ਹੈ ਕੀਤਾ ਗਿਆ ਹੈ ਬਾਰ-ਬਾਰ। ਖਾਸ ਤੌਰ ਤੇ ਸਭ ਤੋਂ ਵੱਡਾ ਮਾਮਲਾ ਬਰਗਾੜੀ ਗੋਲੀकांड ਮਾਮਲਾ, ਜਿਸ ਦੇ ਵਿੱਚ ਸੁਮੇਧ ਸੈਣੀ ਉਸ ਵੇਲੇ ਪੰਜਾਬ ਦੇ DGP ਸੀ ਜਦੋਂ ਗੋਲੀकांड ਵਾਪਰਿਆ। ਇੰਨੇ ਸਾਰੇ ਮਾਮਲੇ ਇੱਕ ਵਿਅਕਤੀ ਦੇ ਉੱਤੇ ਹੋਣ ਔਰ ਫਿਰ ਵੀ ਉਹਨੂੰ ਕਿਤੋਂ ਨਾ ਕਿਤੋਂ ਜਿਹੜੀ ਰਾਹਤ ਆ ਉਹ ਮਿਲਦੀ ਰਹੀ ਹੋਵੇ ਸਮੇਂ-ਸਮੇਂ ਤੇ। ਜੇ ਕੋਈ ਸੁਮੇਧ ਸੈਣੀ ਦੀ ਜਗ੍ਹਾ ਕੋਈ ਹੋਰ ਵਿਅਕਤੀ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਕਦੋਂ ਦਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦਾ, ਬਹੁਤ ਬੁਰੀ ਤਰ੍ਹਾਂ ਇੰਟਰੋਗੇਸ਼ਨ ਵੀ ਹੋ ਰਹੀ ਹੁੰਦੀ। ਸੁਮੇਧ ਸੈਣੀ ਨੂੰ ਇੰਨੀ ਰਾਹਤ ਮਿਲਣ ਦੇ ਕੀ ਕਾਰਨ ਨੇ? ਦੇਖੋ, 2-3 ਗੱਲਾਂ ਹੁੰਦੀਆਂ। ਇੱਕ ਤਾਂ ਇਹ ਖੁਦ ਟੌਪ ਦਾ ਪੁਲਿਸ ਅਧਿਕਾਰੀ ਰਿਹਾ, ਕਈ ਬਰੀਕੀਆਂ ਨੂੰ ਜਾਣਦੇ ਨੇ। ਫਿਰ ਜਦੋਂ ਤੁਸੀਂ ਕੇਸ ਲੜਦੇ ਨੇ ਜਾਂ ਅੱਗੇ ਤੱਕ ਪਹੁੰਚਦੇ ਨੇ, ਤੁਹਾਨੂੰ ਕਈ ਸਾਰੀਆਂ ਬਰੀਕੀਆਂ ਦਾ ਪਤਾ ਹੁੰਦਾ। ਕਈ ਵਾਰੀ ਅੱਜ ਆਪਾਂ ਇਹ ਦੇਖੋ ਵੀ ਸਾਡਾ ਜਿਹੜਾ ਸਿਸਟਮ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਤੌਰ 'ਤੇ ਜਿਹੜੀ ਦਖਲਅੰਦਾਜ਼ੀ ਆ ਉਹ ਬਹੁਤ ਵੱਡੇ ਪੱਧਰ 'ਤੇ ਬਣੀ ਹੋਈ ਆ। ਤੁਸੀਂ ਕਿਹਾ ਕਿ ਜੇ ਕੋਈ ਆਮ ਵਿਅਕਤੀ ਹੁੰਦਾ ਤਾਂ ਉਹ ਕਦੋਂ ਦਾ ਕਦੋਂ ਉਹਨੂੰ ਸਜ਼ਾ ਹੋ ਜਾਂਦੀ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਦੋਂ ਥੱਲੜੀ ਕੋਰਟ ਵਿੱਚ, ਲੋਅਰ ਕੋਰਟ ਦੇ ਵਿੱਚ ਕੋਈ ਕੇਸ ਚੱਲਦਾ, ਆਪਣੇ ਪੱਧਰ 'ਤੇ ਕੋਈ ਜੱਜ ਫੈਸਲਾ ਦਿੰਦਾ ਜਾਂ ਕੋਈ ਗੱਲ ਆਉਂਦੀ ਆ, ਤਾਂ ਉਹਨੂੰ ਜਿਹੜਾ ਲੋਕਲ ਵਕੀਲ ਆ ਉਹ ਚੁਣੌਤੀ ਨਹੀਂ ਦੇ ਸਕਦਾ, ਕਿਉਂਕਿ ਜਿਹੜੇ ਵਕੀਲ ਆ ਜਾਂ ਉੱਥੇ ਜਿਹੜੇ ਉੱਥੇ ਦੇ ਪਟੀਸ਼ਨਰ ਹੁੰਦੇ ਨੇ, ਕੇਸ ਲੜਨ ਵਾਲੇ, ਉਹਨਾਂ ਨੂੰ ਇੰਨੀ ਖੁਦ ਨੂੰ ਸੂਝ-ਬੂਝ ਨਹੀਂ ਹੁੰਦੀ, ਨਾ ਉਹ ਇੰਨਾ ਪੈਸੇ ਖਰਚਦੇ ਆ। ਕਿਉਂਕਿ ਅੱਜ ਇਹ ਗੱਲ ਕਿਹਾ ਹੋਇਆ ਵੀ ਜਿਹੜਾ ਨਿਆਂ ਲੈਣਾ ਬਹੁਤ ਮਹਿੰਗਾ ਹੋ ਗਿਆ, ਅਤੇ ਉਹ ਉੱਥੇ ਜਿਹੜੇ ਕੇਸ ਆ ਲੜੀ ਜਾਂਦੇ ਨੇ। ਜਾਂ ਕਈ ਵਾਰੀ ਵਕੀਲ ਕਹਿੰਦਾ ਵੀ ਆਪਾਂ ਇੱਥੇ ਇੱਕ ਵਾਰੀ ਲੜ ਲਈਏ, ਆਹ ਦੇਖ ਲਈਏ ਫੈਸਲਾ ਕਿਆ ਆਉਂਦਾ, ਫਿਰ ਹਾਈ ਕੋਰਟ ਜਾਵਾਂਗੇ। ਜਦੋਂ ਕਿ ਇਹ ਜਿਹੜੇ ਵੱਡੇ ਬੰਦੇ ਹੁੰਦੇ ਨੇ, ਜਿਨ੍ਹਾਂ ਨੂੰ ਕਾਨੂੰਨ ਦੀ ਵੀ ਸਮਝ ਆ ਜਾਂ ਬਹੁਤ ਜ਼ਿਆਦਾ ਪੈਸਾ, ਹਰ ਗੱਲ ਦੇ ਵਿੱਚ ਮੰਨ ਲਓ ਕੋਈ ਨਿਚਲੀ ਕੋਰਟ ਆ, ਜਿਹੜੀ ਲੋਕਲ ਕੋਰਟ ਆ, ਕੋਈ ਫੈਸਲਾ ਲੈਂਦੀ ਆ, ਉਸ ਫੈਸਲੇ ਦੇ ਖਿਲਾਫ
ਹਾਈ ਕੋਰਟ ਚਲੇ ਜਾਂਦੇ ਨੇ, ਫਿਰ ਹਾਈ ਕੋਰਟ ਮਾਮਲਾ ਲਟਕਦਾ ਹੈ, ਫਿਰ ਸੁਪਰੀਮ ਕੋਰਟ ਚਲੇ ਜਾਂਦੇ, ਫਿਰ ਉਹਦੇ ਬਾਅਦ ਅਗਲੀ ਕੋਈ ਗੱਲ ਹੁੰਦੀ ਆ, ਉਹ ਫਿਰ ਉਸ ਕੋਰਟ ਵਿੱਚ ਲੈ ਕੇ ਫਿਰ ਐਪਲੀਕੇਸ਼ਨ ਦਿੱਤੀ ਜਾਂਦੀ ਆ। ਜਾਣੀ ਕਿ ਜਦੋਂ ਇਹ ਵਾਰ-ਵਾਰ ਐਪਲੀਕੇਸ਼ਨਾਂ ਦਿੱਤੀਆਂ ਜਾਂਦੀਆਂ, ਉਸ ਐਪਲੀਕੇਸ਼ਨ ਪਰ ਕੋਈ ਫੈਸਲਾ ਲੈਣਾ ਹੁੰਦਾ, ਜਿੰਨੀ ਵਾਰ ਐਪਲੀਕੇਸ਼ਨ ਦਓਗੇ ਉਹਦੇ ਪਰ ਸੁਣਵਾਈ ਹੋਊਗੀ, ਉਹਦੇ ਪਰ ਅੱਗੇ ਤੁਹਾਡੇ ਕੋਲ ਜਾਣ ਨੂੰ ਸੁਪਰੀਮ ਕੋਰਟ ਤੱਕ ਰਾਹ ਹੁੰਦਾ। ਇਸ ਕਰਕੇ ਇਹਨਾਂ ਨੂੰ ਇਸ ਗੱਲ ਦਾ ਪਤਾ, ਇਹਨਾਂ ਦੇ ਪੱਕੇ ਵਕੀਲ ਹੁੰਦੇ ਨੇ ਤੇ ਫੈਸਲਾ ਜਿਹੜਾ ਅੱਗੇ ਲੈ ਕੇ ਜਾਈ ਜਾਂਦੇ ਨੇ। ਤਾਂ ਕਰਕੇ ਆਮ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ। ਜਿਵੇਂ ਕਿ ਹੁਣ ਲੋਕ ਕਹੀ ਜਾਂਦੇ ਨੇ ਕਿ ਰਾਤ ਨੂੰ 8 ਵਜੇ, ਤਾਂ ਰਾਤ ਮੈਂ ਟੀਵੀ ਪਰ ਵੀ ਦੇਖ ਰਿਹਾ, ਕੋਈ ਸਾਡੇ ਪੱਤਰਕਾਰ ਸਾਹਿਬਾਨ ਵੀ ਇਹ ਬੋਲ ਰਹੇ ਤੇ ਕਿ ਰਾਤ ਨੂੰ 8 ਵਜੇ ਆਖਰ ਆਇਆ ਕਿਉਂ, ਇਹ ਕੋਈ ਸਾਜ਼ਿਸ਼ ਹੋ ਸਕਦੀ ਹੈ, ਰਾਤ ਨੂੰ ਤਾਂ ਥਾਣੇ ਖੁੱਲ੍ਹਦੇ ਨਹੀਂ ਹੁੰਦੇ। ਜਦ ਕਿ ਇਹ ਨਹੀਂ ਪਤਾ ਕਿ ਜਿਹੜੇ ਥਾਣੇ ਆ 24 ਘੰਟੇ ਖੁੱਲ੍ਹੇ ਹੁੰਦੇ ਨੇ, 24 ਘੰਟੇ ਉੱਤੇ ਮੁਨਸ਼ੀ ਜਾਂ ਹੋਰ ਗਾਰਦਾ ਜਿਹੜੀ ਲੱਗੀ ਰਹਿੰਦੇ ਨੇ, ਡਿਊਟੀ ਮੈਜਿਸਟਰੇਟ ਹੁੰਦਾ। 24 ਘੰਟੇ ਦੇ ਵਿੱਚ ਜਦੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ, ਕੋਈ ਵੀ ਮੁਜਰਮ ਆ, ਉਹਨੂੰ 24 ਘੰਟੇ ਦੇ ਵਿੱਚ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਂਦਾ ਤੇ ਬਕਾਇਦਾ ਉਹਦਾ ਮੈਡੀਕਲ ਵੀ ਕਰਵਾਇਆ ਜਾਣਾ ਹੁੰਦਾ। ਇਸ ਕਰਕੇ ਇਹ ਆਮ ਲੋਕਾਂ ਨੂੰ ਕਾਨੂੰਨ ਦੀ ਇੰਨੀ ਸਮਝ ਨਹੀਂ ਹੈਗੀ ਤੇ ਇੱਕ ਕਾਨੂੰਨ ਮਹਿੰਗਾ, ਤਾਂ ਕਰਕੇ ਉਹ ਆਮ ਲੋਕ ਛੇਤੀ ਫਸ ਜਾਂਦੇ। ਜਿਹੜੇ ਵੱਡੇ ਲੋਕ ਨੇ, ਇਹਨਾਂ ਦੀ ਜਿਹੜੀ ਪੈਰਵੀ ਹੈ ਕੇਸਾਂ ਦੀ ਬਹੁਤ ਲੰਬੀ ਚੱਲਦੀ ਹੈ। ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਿਹਾ ਕਹਿੰਦੇ ਹੁੰਦਾ ਵੀ ਰੱਬ ਦਾ ਬੰਦਾ ਆਏ ਜਾਂਦਾ ਜਿਹੜਾ ਨਿਆਂ ਕਦੇ ਨੇ ਦੇਣਾ ਹੁੰਦਾ। ਸੱਚ ਨੂੰ ਸੱਚ ਕਹਿਣਾ, ਝੂਠ ਨੂੰ ਝੂਠ ਕਹਿਣਾ, ਕੋਈ ਨਾ ਕੋਈ ਤਾਂ ਫਿਰ ਰੱਬ ਕਿਸੇ ਬੰਦੇ ਦੇ ਵਿੱਚ ਕਹਿੰਦਾ ਜੀ ਆਪਣੀ ਸ਼ਕਤੀ ਪਾਉਂਦਾ ਹੈ, ਜਾਂ ਉਹਦੇ ਅਜਿਹੀ ਰੱਬੀ ਰੂਹ ਹੁੰਦੀ ਆ ਜਿਹੜੀ ਉਹ ਭਾਣਾ ਵਰਤਾਉਂਦੀ ਆ। ਫਿਰ ਉਹ ਜਦੋਂ ਅੱਗੇ ਉਹ ਹੁੰਦਾ, ਫਿਰ ਫੈਸਲਾ ਜਿਹੜਾ ਹੋ ਜਾਂਦਾ। ਹੁਣ ਤੁਸੀਂ ਜਿਵੇਂ ਆਪਾਂ ਬਾਬਾ ਗੁਰਮੀਤ ਰਾਮ ਰਹੀਮ ਦੀ ਗੱਲ ਕਰੀਏ, ਹੈ ਨਾ, ਉਹ ਕਿੰਨੀ ਦੇਰ ਤੋਂ ਉਹਦੇ ਖਿਲਾਫ ਮਾਮਲੇ ਚੱਲਦੇ ਰਹੇ, ਉਹ ਕਿਵੇਂ ਅੱਗੇ ਲਟਕਾਉਂਦੇ ਰਹੇ, ਸਿਫਾਰਸ਼ਾਂ ਚੱਲਦੀਆਂ ਰਹੀਆਂ। ਆਖਰ ਇੱਕ ਦਿਨ ਅਜਿਹਾ ਮਾਮਲਾ ਆਇਆ ਕਿ ਵਿਸ਼ੇਸ਼ ਜਿਹੜੀ ਅਦਾਲਤ ਆ ਪੰਚਕੂਲਾ ਦੀ, ਉੱਥੇ ਉਹਨਾਂ ਨੂੰ ਜੱਜ ਨੇ ਬਿਨਾਂ ਕਿਸੇ ਪ੍ਰਭਾਵ ਤੋਂ, ਬਿਨਾਂ ਕਿਸੇ ਦਬਾਅ ਤੋਂ, ਹਾਲਾਂਕਿ ਰਿਪੋਰਟਾਂ ਇਹ ਆਉਂਦੀਆਂ ਨੇ ਵੀ ਦਬਾਅ ਰਿਹਾ, ਫਲਾਣਾ ਰਿਹਾ, ਢਿਮਕਾ ਹੋਇਆ, ਉੱਥੇ ਡੇਰੇ ਦੇ ਪੈਰੋਕਾਰਾਂ ਵੱਲੋਂ ਹਿੰਸਾ ਵੀ ਕੀਤੀ ਗਈ ਕਿ ਇਹ ਹੋ ਜਾਊਗਾ। ਬਹੁਤ ਸਾਰੀ ਸ਼ਕਤੀ ਵੀ ਸੀਗੀ, ਕਿਉਂਕਿ ਉਹਨਾਂ ਕੋਲ ਪੈਸਾ ਵੀ ਤਾਂ, ਧਨ ਦੀ ਵੀ ਵਰਤੋਂ ਕਰਦੇ ਸੀ ਤੇ ਬਲ ਦੀ ਵੀ ਵਰਤੋਂ ਕਰਦੇ ਸੀ। ਹਰ ਤਰ੍ਹਾਂ ਦਾ ਜਿਹੜਾ ਤੌਰ ਤਰੀਕਾ ਸੀਗਾ, ਜੋ ਸਿਸਟਮ ਸੀਗਾ, ਉਹ ਡੇਰੇ ਦੇ ਪੈਰੋਕਾਰਾਂ ਕੋਲ ਸੀਗਾ। ਪਰ ਉੱਥੋਂ ਵੀ ਸਜ਼ਾ ਹੋਈ, 2 ਮਾਮਲਿਆਂ 'ਚ ਹੋ ਚੁੱਕੀ ਆ। ਹੁਣ ਜਿਹੜਾ ਅੱਗੇ ਜਿਹੜਾ ਤੀਜਾ ਰਣਜੀਤ ਸਿੰਘ ਮਾਮਲੇ ਵਾਲੇ, ਉਹਦੇ ਵਿੱਚ ਜਿਹੜੀ ਸਭ ਜਿਹੜਾ ਮਾਮਲੇ ਦੀ ਗਵਾਹੀਆਂ, ਬਹਿਸ, ਸਾਰਾ ਕੁਝ ਮੁਕੰਮਲ ਹੋ ਚੁੱਕਿਆ। ਉਹ ਫੈਸਲਾ ਵੀ ਰਜਾਰਵਾ ਜਿਹੜਾ ਰੱਖ ਲਿਆ। ਹੁਣ ਜੋ ਦੇਖੋ ਅਦਾਲਤ ਦੇ ਵਿੱਚ ਆਪਾਂ ਕਹੀਏ ਵੀ ਇਹ ਪਰਸੈਪਸ਼ਨ ਨਹੀਂ ਬਣਦੀ, ਉਹ ਅਦਾਲਤ ਨੇ ਕਿਆ ਫੈਸਲਾ ਲੈਣਾ, ਆਪਾਂ ਉਹਦੇ ਪਰ ਕੋਈ ਟਿੱਪਣੀ ਨਹੀਂ ਕਰਦੇ। ਪਰ ਮੇਰੇ ਕਹਿਣ ਦਾ ਮਤਲਬ ਹੈ ਵੀ ਉਹ ਫੈਸਲਾ ਹੁਣ ਪੈਂਡਿੰਗ ਪਿਆ, ਉਹ ਕਦੇ ਵੀ ਆ ਸਕਦਾ। ਇੱਦਾਂ ਹੀ ਫਿਰ ਜਦੋਂ ਇਹਨਾਂ ਦੇ ਮਾਮਲੇ ਲੰਬੇ ਚੱਲਦੇ ਆ, ਫਿਰ ਕਿਤੇ ਨਾ ਕਿਤੇ ਜਿਹੜੀ ਇਹਨਾਂ ਦੇ ਸਿਰਾਂ ਪਰ ਤਲਵਾਰ ਤਾਂ ਲਟਕ ਜਾਂਦਾ। ਫਿਰ ਕੋਈ ਨਾ ਇਹੋ ਜਿਹੀ ਰੱਬੀ ਰੂਹ ਆਉਂਦੀ ਆ ਜਿਹੜੀ ਫਿਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਜਾਂਦੀ ਆ। ਹੁਣ ਇਹ ਜਿਹੜਾ ਸਮੇਧ ਸੈਣੀ ਆ, ਅੱਜ ਸਲਾਖਾਂ ਦੇ ਪਿੱਛੇ ਗਿਆ। ਬਹੁਤ ਗਿਣਤੀ ਲੋਕਾਂ ਨੇ, ਖਾਸ ਕਰਕੇ ਪੰਜਾਬ ਦੇ ਜਿਹੜੇ ਬਹੁਤ ਗਿਣਤੀ ਲੋਕ ਨੇ, ਦੁਨੀਆ ਵਿੱਚ ਵੱਸਦੇ ਜਿਹੜੇ ਸਿੱਖ ਨੇ, ਜੇਲ੍ਹ ਦੀਆਂ ਸਲਾਖਾਂ ਚੋਂ ਇੱਕ ਫੋਟੋ ਜ਼ਰੂਰ ਵਾਇਰਲ ਹੋਈ ਹੈ ਸਮੇਧ ਸੈਣੀ ਦੀ। ਉਹ ਸਾਰੀਆਂ ਆਪਾਂ ਜਿਵੇਂ ਸੋਸ਼ਲ ਮੀਡੀਆ ਦੇਖਦੇ ਆ, ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਖੁਸ਼ ਆ ਤੇ ਰੱਬ ਦਾ ਸ਼ੁਕਰ ਮਨਾ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਜੇ 100 ਉਹਦੇ ਪਰ ਕਮੈਂਟ ਪਏ ਹੋਣਗੇ, ਇੱਕ ਵੀ ਇਹਨਾਂ ਦੇ ਹੱਕ ਦੇ ਵਿੱਚ ਪਿਆ ਹੋਵੇ, ਜਿਸ ਤੋਂ ਸਾਫ਼ ਤੇ ਸਪਸ਼ਟ ਆ ਜਿਹੜਾ ਅਧਿਕਾਰੀਆਂ ਨੂੰ ਵੀ, ਚਾਹੇ ਉਹ ਸੁਰੱਖਿਆ ਦੇ ਅਧਿਕਾਰੀਆਂ, ਚਾਹੇ ਹੋਰ ਨੇ, ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਬੁਰੇ ਦਾ ਬੁਰਾ ਨਤੀਜਾ ਹੁੰਦਾ। ਲੋਕਾਂ ਨੂੰ ਸਭ ਪਤਾ ਹੁੰਦਾ ਤੁਹਾਡਾ ਕਿਰਦਾਰ ਕਿਹਾ ਜਾ, ਤੁਹਾਡਾ ਜਿਹੜਾ ਕਦੇ ਨਾ ਕਦੇ ਕਹਿੰਦਾ ਵੀ ਆਪਣੇ ਸ਼ੀਸ਼ੇ ਮੂਹਰੇ ਖੜ ਕੇ ਦੇਖੋ, ਤੁਹਾਨੂੰ ਸਭ ਪਤਾ ਸੱਚ ਆ, ਜਿਹੜਾ ਸ਼ੀਸ਼ਾ ਦੱਸ ਦੂੰਗਾ ਵੀ ਕਿਆ ਹੁੰਦਾ। ਇਸ ਕਰਕੇ ਆਪਾਂ ਫਿਰ ਇਹੀ ਗੱਲ ਕਹਿੰਦੇ ਵੀ ਜਿਹੜੇ ਅਧਿਕਾਰੀ ਨੇ, ਖਾਸ ਕਰਕੇ ਪੁਲਿਸ ਦੇ ਅਧਿਕਾਰੀ ਨੇ, ਉਹਨਾਂ ਨੂੰ ਕਾਨੂੰਨ ਦਾ ਜਿਹੜਾ ਡਰ ਆ ਉਹ ਜ਼ਰੂਰ ਮੰਨ ਕੇ ਰੱਖਣਾ ਚਾਹੀਦਾ ਕਿ ਕਾਨੂੰਨ ਇੱਕ ਦਿਨ ਇਹ ਸਕਦਾ ਕਿ ਜਿਵੇਂ ਤੁਸੀਂ ਦੂਜਿਆਂ ਨੂੰ ਜਿਹੜਾ ਡਰ ਲੋਕਾਂ ਦੇ ਮਨ ਅੰਦਰ ਕਾਇਮ ਕਰਨ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਜਾਂਦੀ ਹੈ, ਉਹ ਡਰ ਆਪਣੇ ਮਨ ਵਿੱਚ ਵੀ ਰੱਖਣਾ ਚਾਹੀਦਾ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਸ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ, ਜਿਨ੍ਹਾਂ ਦੇ ਨਾਲ ਅੱਜ ਅਸੀਂ ਸੁਮੇਧ ਸੈਣੀ ਦੀ ਫਾਈਲ ਖੋਲੀ ਹੈ। ਸੁਮੇਧ ਸੈਣੀ ਦੀ ਜਿਹੜੇ ਕਾਰਨਾਮਿਆਂ ਦੀ ਫਾਈਲ ਹੈ ਬਹੁਤ ਮੋਟੀ ਹੈ, ਕਿਉਂਕਿ ਬਹੁਤ ਸਾਰੇ ਕੇਸਿਸ ਉਸ ਦੇ ਵਿੱਚ ਜਿਵੇਂ ਜਿਵੇਂ ਆਪਾਂ ਪੰਨੇ ਪਲਟਦੇ ਜਾਂਦੇ ਹਾਂ, ਨਵੇਂ ਕੇਸ ਸੁਮੇਧ ਸੈਣੀ ਦੇ ਖਿਲਾਫ ਜਿਹੜੇ ਨੇ ਸਾਹਮਣੇ ਆਉਂਦੇ ਨੇ। ਔਰ ਉਹਨਾਂ ਦੇ ਵਿੱਚੋਂ ਇੱਕ ਮਾਮਲਾ ਅਜਿਹਾ ਹੈ ਜਿਸ ਦੇ ਬਾਰੇ ਸੁਮੇਧ ਸੈਣੀ ਨੇ ਖੁਦ ਵੀ ਨਹੀਂ ਸੋਚਿਆ ਹੋਣਾ ਕਿ ਇਸ ਮਾਮਲੇ ਨੇ ਮੈਨੂੰ ਜੇਲ੍ਹ ਦੀਆਂ ਸਲਾਖਾਂ 'ਚ ਪਹੁੰਚਾ ਦੇਣਾ, ਕਿਉਂਕਿ ਕਾਨੂੰਨੀ ਦਾਅ ਪੇਚ ਬਾਖੂਬੀ ਸੁਮੇਧ ਸੈਣੀ ਜਾਣਦੇ ਨੇ। ਔਰ ਲਗਾਤਾਰ ਜਦੋਂ ਵੀ ਕਿਤੇ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਫਸ ਰਿਹਾ, ਉਸੇ ਟਾਈਮ ਕਾਨੂੰਨੀ ਦਾਅ ਪੇਚ ਲਗਾਉਣੇ ਸ਼ਤਰੰਜ ਦੀ ਖੇਡ ਦੇ ਵਾਂਗ ਸ਼ੁਰੂ ਹੋ ਜਾਂਦੇ ਸੀ। ਔਰ ਅੱਜ ਇੱਕ ਕਰਪਸ਼ਨ ਦਾ, ਇੱਕ ਜ਼ਮੀਨ ਦਾ ਮਾਮਲਾ, ਕੁਰਾਲੀ ਔਰ ਚੰਡੀਗੜ੍ਹ ਹਾਈਵੇ ਦੇ ਉੱਪਰ ਇਹ ਜ਼ਮੀਨ ਪੈਂਦੀ ਹੈ, ਉਸ ਮਾਮਲੇ ਦੇ ਅਧੀਨ ਵਿਜੀਲੈਂਸ ਪੁਲਿਸ ਦੇ ਵੱਲੋਂ ਜਿਹੜਾ ਹੈ ਸੁਮੇਧ ਸੈਣੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਪੈਸ਼ਲ ਰਿਪੋਰਟ ਦੇ ਵਿੱਚ ਫਿਲਹਾਲ ਇੰਨਾ ਹੀ। ਕੱਲ ਫੇਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।